सत श्री अकाल, नमस्कार, आदाब। मैं हाँ बलबीर जंडू, तुहाडा सब दा सज्जन मीडिया चैनल उत्ते स्वागत है। भारत दी पार्लीमेंट दा प्रधान मंत्री नरेंद्र मोदी ने जिहड़ा 5 दिनां दा विशेष इजलास सद्दिया सी, ਉਹ इजलास अपने 5 दिन पूरे करन तो पहलां ही चौथे दिन ही समाप्त हो गया ते उस इजलास दे बारे जदों सद्दिया गया सी, कई तरह ਦੀਆਂ ਚਰਚਾਵਾਂ ਸ਼ੁਰੂ ਹੋਈਆਂ ਕਿ ਇਹ ਜਿਹੜਾ ਵਿਸ਼ੇਸ਼ ਇਜਲਾਸ ਸੱਦਿਆ ਗਿਆ, ਇਹ ਕਿਉਂ ਸੱਦਿਆ ਗਿਆ, ਇਸ ਦੇ ਵਿੱਚ ਕੀ ਹੋਣ ਵਾਲਾ। ਕਿਉਂਕਿ ਜਿਹੜੇ ਪ੍ਰੋਸੀਜਰ ਜਾਂ ਜਿਹੜੀਆਂ ਪ੍ਰਕਿਰਿਆਵਾਂ ਇਜਲਾਸ ਨੂੰ ਸੱਦਣ ਲਈ ਬਣਾਈਆਂ ਜਾਂਦੀਆਂ, ਉਹ ਕਿਸੇ ਨੂੰ ਵੀ ਪੂਰਾ ਨਹੀਂ ਕੀਤਾ ਗਿਆ, ਨਾ ਕੋਈ ਏਜੰਡਾ ਐਲਾਨਿਆ ਗਿਆ। ਤਾਂ ਉਸ ਕਰਕੇ ਇਹ ਇਜਲਾਸ ਜਿਹੜਾ ਕਾਫੀ ਚਰਚਾ ਵਿੱਚ ਰਿਹਾ ਤੇ ਇਜਲਾਸ ਸ਼ੁਰੂ ਹੋਣ ਤੋਂ ਬਾਅਦ ਉਸ ਤੋਂ ਕੁਝ ਦਿਨ ਪਹਿਲਾਂ ਵੀ ਇਹ ਗੱਲ ਚਰਚਾ ਵਿੱਚ ਆਉਣ ਲੱਗ ਗਈ ਸੀ ਕਿ ਇਸ ਇਜਲਾਸ ਦਾ ਜਿਹੜਾ ਮੁੱਖ ਏਜੰਡਾ ਹੈ ਉਹ ਔਰਤਾਂ ਲਈ ਰਾਖਵਾਂਕਰਨ ਜਿਹੜਾ ਹੈਗਾ 33% ਲੋਕ ਸਭਾ ਤੇ ਵਿਧਾਨ ਸਭਾ ਦੀਆਂ ਸੀਟਾਂ ਦੇ ਵਿੱਚ, ਉਸ ਨੂੰ ਲੈ ਕੇ ਬੁਲਾਇਆ ਗਿਆ ਤੇ ਉਸ ਸੰਬੰਧੀ ਬਿੱਲ ਜਿਹੜਾ ਪੇਸ਼ ਕੀਤਾ ਜਾਏਗਾ। ਪਰ ਸਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਇਹ ਬਿੱਲ ਜਿਹੜਾ 2010 ਵਿੱਚ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਬਕਾਇਦਾ ਰਾਜ ਸਭਾ 'ਚ ਪਾਸ ਹੋ ਗਿਆ ਸੀ ਤੇ ਜਿਹੜਾ ਬਿੱਲ ਰਾਜ ਸਭਾ 'ਚ ਪਾਸ ਹੋਇਆ ਹੋਵੇ ਉਹ ਡੈਡ ਨਹੀਂ ਹੁੰਦਾ। ਇਸ ਕਰਕੇ ਉਸ ਬਿੱਲ ਨੂੰ ਦੁਬਾਰਾ ਲੋਕ ਸਭਾ 'ਚ ਲਿਆ ਕੇ ਪਾਸ ਕੀਤਾ ਔਰ ਫਿਰ ਜਿਹੜਾ ਰਾਜ ਸਭਾ ਨੇ ਵੀ ਪਾਸ ਕੀਤਾ। ਬੇਸ਼ੱਕ ਲੋਕ ਸਭਾ ਦੇ ਅੰਦਰ 2 ਵੋਟਾਂ ਜਿਹੜਾ ਉਹ ਵਿਰੋਧ 'ਚ ਗਈਆਂ, 454 ਵੋਟਾਂ ਇਸ ਬਿੱਲ ਦੇ ਹੱਕ 'ਚ ਪਈਆਂ। ਇਸ ਤਰ੍ਹਾਂ ਹੀ ਜਿਹੜਾ ਦੂਸਰੇ ਪਾਸੇ ਰਾਜ ਸਭਾ ਦੇ ਵਿੱਚ ਵੀ ਜਿਹੜੀ ਸਾਰੀਆਂ ਪਾਰਟੀਆਂ ਨੇ ਇਸ ਦਾ ਸਮਰਥਨ ਕੀਤਾ ਔਰ ਇਸ ਦੇ ਵਿਰੋਧ 'ਚ ਕੋਈ ਵੋਟ ਨਹੀਂ ਪਈ। ਪਰ ਇਹ ਸਾਰੇ ਦੇ ਦੌਰਾਨ ਜਿਹੜਾ ਸਭ ਤੋਂ ਅਫਸੋਸਨਾਕ ਤੇ ਦੁਖਦਾਇਕ ਜੋ ਵਾਪਰਿਆ ਵਰਤਾਰਾ ਉਹ ਇਹ ਸੀ ਕਿ ਬੇਸ਼ੱਕ ਪਾਰਲੀਮੈਂਟ ਦੀ ਬਿਲਡਿੰਗ ਨਵੀਂ ਹੈ, ਉਸ ਨੂੰ ਬੜਾ ਖੂਬਸੂਰਤ ਸਜਾਇਆ ਗਿਆ ਔਰ ਉਸ ਦੇ ਬੜੇ ਸੋਹਲੇ ਵੀ ਗਾਏ ਗਏ ਹੈ ਨਰਿੰਦਰ ਮੋਦੀ ਵੱਲੋਂ, ਪਰ ਉਸ ਦੇ ਵਿੱਚ ਹੀ ਨਾ ਤਾਂ ਰਾਸ਼ਟਰਪਤੀ ਨੂੰ ਸੱਦਿਆ ਗਿਆ ਸੀ, ਇਸ ਦੀ ਵੀ ਬੜੀ ਚਰਚਾ ਰਹੀ, ਔਰ ਨਾ ਹੀ ਜੋ ਕੁਝ ਔਰਤਾਂ ਦੇ ਰਾਖਵਾਂਕਰਨ ਲਈ ਜਿਹੜਾ ਬਿੱਲ ਲਿਆਂਦਾ ਗਿਆ ਉਸ ਦੇ ਵਿੱਚ ਜਿਹੜੀ ਪਛੜੀਆਂ ਜਾਤੀਆਂ ਲਈ ਰਾਖਵਾਂਕਰਨ ਹੋਣਾ ਸੀ ਔਰਤਾਂ ਲਈ, ਉਹ ਵੀ ਨਹੀਂ ਕੀਤਾ ਗਿਆ। ਸੋ ਇਹ ਸਾਰੀ ਜਿਹੜੀ ਗੱਲ ਹੈਗੀ ਹੈ, ਇਸੇ ਦੌਰਾਨ ਜਦੋਂ ਕੱਲ ਚਰਚਾ ਚੱਲ ਰਹੀ ਸੀ ਚੰਦਰਯਾਨ ਮਿਸ਼ਨ ਦੇ ਬਾਰੇ, ਤਾਂ ਉਸ ਵਿੱਚ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਹੈ ਦਾਨਿਸ਼ ਅਲੀ, ਉਹਨਾਂ ਨੂੰ ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਦਿੱਲੀ ਤੋਂ ਲੋਕ ਮੈਂਬਰ ਨੇ ਰਮੇਸ਼ ਬਦੂਰੀ, ਉਹਨੇ ਜਿਸ ਢੰਗ ਦੇ ਨਾਲ ਜੋ ਕੁਝ ਸ਼ਬਦ ਕਿਹਾ, ਉਹ ਸਾਰੀਆਂ ਜਿਹੜੀਆਂ ਨਵਾਨਾਂ ਸੀਗੀਆਂ, ਹੱਦਾਂ ਸੀਗੀਆਂ, ਉਹਨਾਂ ਨੂੰ ਪਾਰ ਕਰ ਗਿਆ। ਔਰ ਉਹਨਾਂ ਨੇ ਬਕਾਇਦਾ ਦਾਨਿਸ਼ ਅਲੀ ਨੂੰ ਇੱਥੋਂ ਤੱਕ ਕਿਹਾ ਕਿ ਤੂੰ ਆਤੰਕਵਾਦੀ ਹੈ, ਭੜੂਆ ਹੈ ਔਰ ਮੁੱਲਾ ਆਤੰਕਵਾਦੀ ਹੈ। ਹੋਰ ਵੀ ਉਹਨਾਂ ਨੇ ਬਹੁਤ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਿਹੜੇ ਇੱਥੇ ਕਹਿ ਨਹੀਂ ਜਾ ਸਕਦੇ। ਪਰ ਉਹ ਸਾਰੇ ਦਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਹੜੇ ਮੈਂਬਰ ਸੀ ਉੱਥੇ ਹਾਜ਼ਰ, ਉਹਨਾਂ ਨੇ ਕਿਸੇ ਨੇ ਵੀ ਉਹਨੂੰ ਇਹ ਕਰਨ ਤੋਂ ਟੋਕਿਆ ਨਹੀਂ ਕਿ ਇਹ ਮਰਿਆਦਾ ਦੀ ਲੰਘਣਾ, ਪਾਰਲੀਮਾਨੀ ਸ਼ਬਦ ਨਹੀਂ ਹੈ। ਤੇ ਇੱਥੋਂ ਤੱਕ ਕਿ ਜਿਹੜਾ ਬਦੂਰੀ ਸੀ ਉਸ ਨੂੰ ਇਹ ਧਮਕੀ ਦੇਣ ਤੱਕ ਚਲੇ ਗਿਆ ਕਿ ਮੈਂ ਤੈਨੂੰ ਪਾਰਲੀਮੈਂਟ ਤੋਂ ਬਾਅਦ ਬਾਹਰ ਵੀ ਦੇਖੂੰਗਾ। ਸੋ ਉਸ ਦਾਨਿਸ਼ ਅਲੀ ਨੇ ਵੀ ਬਕਾਇਦਾ ਆਪਣੀ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀਆਂ ਗੱਲਾਂ ਦਾ ਨੋਟਿਸ ਲਿਆ, ਭਾਵੇਂ ਕਿ ਜਿਹੜਾ ਸਪੀਕਰ ਹੈ ਉਸਨੇ ਉਸ ਨੂੰ ਜਿਹੜਾ ਸ਼ਬਦਾਂ ਨੂੰ ਜਿਹੜੇ ਹੈ ਉੱਥੋਂ ਪੰਚ ਕਰ ਦਿੱਤਾ ਗਿਆ ਰਿਕਾਰਡ ਦੇ ਵਿੱਚੋਂ। ਤੇ ਦੂਸਰੇ ਪਾਸੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੱਡਾ, ਉਹਨਾਂ ਨੇ ਉਹਨਾਂ ਨੂੰ ਨੋਟਿਸ ਦਿੱਤਾ ਕਿ 15 ਦਿਨਾਂ 'ਚ ਇਸ ਗੱਲ ਦਾ ਜਵਾਬ ਦੇਵੇ। ਪਰ ਇਹ ਸਾਰੀ ਸਥਿਤੀ ਜਿਹੜੀ ਬਣੀ ਹੈ, ਇਸ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਅੱਜ ਜਿਹੜੇ ਵਿਸ਼ੇਸ਼ ਮਹਿਮਾਨ ਨੇ, ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ ਸਤਨਾਮ ਚਾਨਾ ਜੀ। ਸਵਾਗਤ ਹੈ ਚਾਨਾ ਜੀ ਤੁਹਾਡਾ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਇਹ ਦੂਸਰੇ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਜਰਨਲਿਸਟ ਸਰਦਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਨੇ ਲੰਮਾ ਸਮਾਂ ਪਾਰਲੀਮੈਂਟ ਨੂੰ ਕਵਰ ਵੀ ਕੀਤਾ, ਰਿਪੋਰਟ ਵੀ ਕੀਤਾ ਸਪੈਸ਼ਲ ਕੋਰਸਪੋਂਡੈਂਟ ਦੇ ਤੌਰ ਤੇ ਉਹ ਸਾਡੇ ਨਾਲ ਨੇ। ਅਸੀਂ ਆਪਣੇ ਦੋਨਾਂ ਮਹਿਮਾਨਾਂ ਤੋਂ ਜਾਣਨਾ ਚਾਹਾਂਗੇ ਕਿ ਉਹਨਾਂ ਦੀ ਇਸ ਬਾਰੇ ਕੀ ਰਾਏ ਹੈ। ਸਿੱਧੂ ਸਾਹਿਬ, ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਸ਼ੁਕਰੀਆ।
ਇਹ ਚਾਹਣਾ ਜੀ ਜਿਸ ਤਰ੍ਹਾਂ ਜੋ ਕੁਝ ਵਾਪਰਿਆ ਕੱਲ ਔਰ ਜਿਸ ਢੰਗ ਨਾਲ ਪਾਰਲੀਮੈਂਟ ਦੇ ਅੰਦਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਾਰਲੀਮਾਨੀ ਭਾਸ਼ਾ 'ਚ ਗੱਲ ਹੁੰਦੀ ਹੈ ਤੇ ਇੱਕ ਮਰਿਆਦਾ ਜਿਹੜੀ ਹੈ ਉਸ ਨੂੰ ਬਣਾ ਕੇ ਰੱਖਿਆ ਜਾਂਦਾ ਪਰ ਕੱਲ ਤਾਂ ਸਾਰੀਆਂ ਜਿਹੜੀਆਂ ਹੱਦਾਂ ਪਾਰ ਕਰਕੇ ਭਾਰਤੀ ਜਨਤਾ ਪਾਰਟੀ ਦੇ ਐਮਪੀ ਨੇ ਬਕਾਇਦਾ ਰਮੇਸ਼ ਜਿਹੜਾ ਬਦੂਰੀ ਹੈ ਦਿੱਲੀ ਤੋਂ ਚੁਣਿਆ ਹੋਇਆ ਤਾਂ ਉਸਨੇ ਜੋ ਕੁਝ ਉੱਥੇ ਕੀਤਾ ਉਸ ਦੀ ਅਜੇ ਵੀ ਜਿਹੜੀ ਹੈ ਚਰਚਾ ਹੋ ਰਹੀ ਹੈ ਸਾਰੇ ਪਾਸੇ ਉਸ ਦੀ ਨਿੰਦਾ ਹੋ ਰਹੀ ਹੈ ਔਰ ਬਕਾਇਦਾ ਦਾਨਸ਼ਾਲੀ ਜਿਸ ਦੇ ਬਾਰੇ ਇਹ ਗੱਲ ਕਹੀ ਗਈ ਹੈ ਉਸਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਹ ਮਰਿਆਦਾ ਕਮੇਟੀ ਨੂੰ ਮਾਮਲਾ ਜਾਣਾ ਚਾਹੀਦਾ ਹੈ ਕਿ ਤੁਸੀਂ ਛੋਟੇ-ਛੋਟੇ ਮਾਮਲਿਆਂ ਤੇ ਤਾਂ ਵਿਰੋਧੀ ਧਿਰ ਦੇ ਆਗੂ ਨੂੰ ਵੀ ਸਸਪੈਂਡ ਕਰ ਦਿੰਦੇ ਹੋ ਬਕਾਇਦਾ ਜਿਹੜੇ ਦੂਸਰੇ ਮੈਂਬਰ ਜੇ ਕੋਈ ਬੋਲਦਾ ਉਹਨੂੰ ਸਸਪੈਂਡ ਕਰ ਦਿੰਦੇ ਹੋ ਅਨਿਸ਼ਚਿਤ ਕਾਲ ਦੇ ਲਈ ਸਸਪੈਂਡ ਕਰ ਦਿੰਦੇ ਹੋ ਪਰ ਇਸ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਅਜੇ ਤੱਕ ਇਸ ਦੀ ਕੋਈ ਸੂਚਨਾ ਨਹੀਂ ਹੈ ਇਸ ਦੀ ਕੋਈ ਖਬਰ ਨਹੀਂ ਹੈ ਤੇ ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਰਤਾਰੇ ਨੂੰ ਜੋ ਕੁਝ ਕੱਲ ਪਾਰਲੀਮੈਂਟ ਦੇ ਵਿੱਚ ਵਾਪਰਿਆ ਜੰਡੂ ਸਾਹਿਬ ਜਦੋਂ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਗਿਆ ਸੀ ਤਾਂ ਬੜਾ ਸਸਪੈਂਸ ਸਾਹਮਣੇ ਆਇਆ ਲੋਕ ਬੜੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਸੀ ਕਿ ਸ਼ਾਇਦ ਇਹ ਹੋਣ ਵਾਲਾ ਸ਼ਾਇਦ ਉਹ ਹੋਣ ਵਾਲਾ ਔਰ ਬਾਅਦ ਦੇ ਵਿੱਚ ਜਿਹੜਾ ਬਿੱਲ ਨਿਕਲਿਆ ਉਹ ਬੜਾ ਐਸਾ ਬਿੱਲ ਸੀਗਾ ਜਿਹਦੀ ਕੋਈ ਇਸ ਸਮੇਂ ਤੇ ਸਮਝ ਨਹੀਂ ਆਉਂਦਾ ਕਿ ਕਿਉਂ ਬੁਲਾਇਆ ਗਿਆ ਇਸ ਸਮੇਂ ਦੇ ਉੱਤੇ ਬਿੱਲ ਪਾਸ ਕਰਨ ਦੇ ਲਈ ਔਰ ਸਪੈਸ਼ਲ ਸੈਸ਼ਨ ਵਾਲਾ ਇਹਦੇ 'ਚ ਕਿਹੜੀ ਗੱਲ ਸੀ ਲੇਕਿਨ ਉਹ ਬਿੱਲ ਆਇਆ ਉਹ ਤੋਂ ਬਿੱਲ ਤੋਂ ਜੋ ਸਮਝ ਆਉਂਦੀ ਜੋ ਪਤਾ ਲੱਗ ਰਿਹਾ ਸਾਰੀ ਇਨਫੋਰਮੇਸ਼ਨ ਤੋਂ ਕਿ ਉਹ ਬਿੱਲ ਦੇ ਉੱਤੇ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਇਹ ਘਟਨਾ ਸ਼ਾਇਦ ਵਾਪਰੀ ਆ ਜਿਹੜੀ ਬਦੂਰੀ ਵਾਲੀ ਆ ਔਰ ਉਸਨੇ ਜਿਸ ਤਰ੍ਹਾਂ ਉੱਥੇ ਪ੍ਰਦਰਸ਼ਨ ਕੀਤਾ ਪਾਰਲੀਮੈਂਟ ਦੇ ਅੰਦਰ ਅਸੀਂ ਆਮ ਤੌਰ ਤੇ ਜਦੋਂ ਸਭਿਆ ਗੱਲ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਕਰਦੇ ਆ ਨਾ ਤਾਂ ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਆ ਕਿ ਅਨਪਾਰਲੀਮੈਂਟਰੀ ਸ਼ਬਦ ਜਿਹੜੇ ਆ ਉਹ ਨਹੀਂ ਵਰਤਣੇ ਚਾਹੀਦੇ ਯਾਨੀ ਸਭਿਅਕ ਲੈਂਗੁਏਜ ਜਿਹੜੀ ਵਰਤਣੀ ਚਾਹੀਦੀ ਹੈ ਔਰ ਪਾਰਲੀਮੈਂਟ ਦੇ ਅੰਦਰ ਅਨਪਾਰਲੀਮੈਂਟਰੀ ਸ਼ਬਦਾਂ ਦੀ ਇਸ ਤਰ੍ਹਾਂ ਦੀ ਵਰਤੋਂ ਕੀਤੀ ਗਈ ਆ ਜਿਨ੍ਹਾਂ ਨੂੰ ਬਾਹਰ ਵਰਤਣ ਦੀ ਵੀ ਆਗਿਆ ਨਹੀਂ ਹੋਣੀ ਚਾਹੀਦੀ ਸਭਿਆ ਸਮਾਜ ਦੇ ਅੰਦਰ ਔਰ ਉਹ ਜੋ ਕੁਝ ਵੀ ਉੱਥੇ ਬੋਲਿਆ ਗਿਆ ਔਰ ਉਹਨਾਂ ਤੋਂ ਕੁਝ ਸ਼ਬਦ ਤੁਸੀਂ ਜਿਹੜੇ ਨਾ ਉਹ ਬੋਲ ਵੀ ਦਿੱਤੇ ਆ ਲੇਕਿਨ ਉਹ ਜਿਹੇ ਸ਼ਬਦਾਂ ਨੂੰ ਪਾਰਲੀਮੈਂਟ ਦੇ ਸੰਸਦ ਦੇ ਵਿੱਚ ਖੜੇ ਹੋ ਕੇ ਬੋਲਣਾ ਔਰ ਉਹਦੇ 'ਚ ਜਾਣੀ ਹੈਰਾਨੀ ਦੀ ਗੱਲ ਇਹ ਸੀ ਕਿ ਉਹਦੇ ਪਿਛਲੇ ਪਾਸੇ ਦੋ ਮੰਤਰੀ ਬੈਠੇ ਸੀ ਔਰ ਦੋ ਵੱਡੇ ਉਹਨਾਂ ਦੇ ਬੀਜੇਪੀ ਦੇ ਲੀਡਰ ਬੈਠੇ ਸੀਗੇ ਔਰ ਉਹ ਜਿਸ ਢੰਗ ਦੇ ਨਾਲ ਮੁਸਕਰਾ ਰਹੇ ਸੀ ਤੇ ਰਿਸਪੌਂਸ ਦੇ ਰਹੇ ਸੀ ਉਹਦੇ ਤੋਂ ਇਹ ਲੱਗਦਾ ਸੀਗਾ ਕਿ ਉਹਦੀ ਬੈਕ ਤੇ ਨੇ ਔਰ ਉਹਦੇ ਤੋਂ ਸ਼ਾਇਦ ਉਹਨੇ ਛੁੱਟੀ ਦਿੱਤੀ ਗਈ ਆ ਕਿ ਜੋ ਮਰਜ਼ੀ ਕਹਿ ਦੇ ਉਹਨੂੰ ਸ਼ਹਿ ਦੇ ਰਹੇ ਲੱਗਦੇ ਸੀ ਕਹਿ ਦਿੱਤੀ ਗਈ ਔਰ ਉਹ ਉਹਨਾਂ ਸ਼ਬਦਾਂ ਦੀ ਉਹਨੇ ਵਰਤੋਂ ਕੀਤੀ ਜਿਹਦੀ ਬਹੁਤ ਸਾਰੇ ਸੰਸਾਰ ਦੇ ਵਿੱਚ ਨਿੰਦਾ ਹੋ ਰਹੀ ਆ ਔਰ ਸਾਰੇ ਦੇਸ਼ ਦੇ ਵਿੱਚ ਨਿੰਦਾ ਹੋ ਰਹੀ ਆ ਔਰ ਇੱਥੋਂ ਤੱਕ ਕਿ ਜਿਹੜੇ ਸੋਬਰ ਹਿੰਦੂ ਹੈਗੇ ਆ ਜਿਹੜੇ ਆਪਣੇ ਆਪ ਨੂੰ ਸਨਾਤਨੀ ਕਹਿੰਦੇ ਆ ਕਿ ਮੈਂ ਸਨਾਤਨੀ ਆ ਉਹ ਇਹ ਕਹਿੰਦੇ ਆ ਕਿ ਜੇ ਇਹ ਵੀ ਸਨਾਤਨੀ ਹੈ ਜਿਹੜਾ ਬੰਦਾ ਪਾਰਲੀਮੈਂਟ 'ਚ ਖੜਾ ਹੋ ਕੇ ਬੋਲਿਆ ਇਸ ਤਰ੍ਹਾਂ ਇਹਨੇ ਉਹਨਾਂ ਸਾਰੇ ਹਿੰਦੂ ਲੋਕਾਂ ਦੀ ਹੱਤਕ ਕੀਤੀ ਆ ਔਰ ਉਹਨਾਂ ਦਾ ਮਾਣ ਮਰਿਆਦਾ ਮਿੱਟੀ 'ਚ ਰੋਲੀ ਆ ਤੇ ਜੇ ਇਹ ਵੀ ਸਨਾਤਨੀ ਆ ਤਾਂ ਫਿਰ ਜੋ ਸਟਾਲਿਨ ਨੇ ਕਿਹਾ ਉਹਦੇ 'ਚ ਕੁਝ ਵੀ ਗਲਤ ਨਹੀਂ ਮੈਂ ਇਹ ਆਪ ਇੱਕ ਪ੍ਰੋਫੈਸਰ ਨੂੰ ਬਹਿਸ ਦੇ ਵਿੱਚ ਇਹ ਗੱਲ ਕਰਦਿਆਂ ਸੁਣਿਆ ਕਿ ਮੈਂ ਸਨਾਤਨੀ ਆ ਪਰ ਜਿੰਨੀ ਮੈਨੂੰ ਠੇਸ ਪਹੁੰਚੀ ਅਸੀਂ ਉਹ ਇਹਨਾਂ ਨੂੰ ਕਹਿੰਦਾ ਕਿ ਇਹ ਜੇ ਸਾਰੇ ਇਕੱਠੇ ਹੋ ਕੇ ਇੱਥੇ ਆ ਗਏ ਲੋਕ ਇਹ ਹਿੰਦੂ ਨਹੀਂ ਹੈਗੇ ਇਹ ਫਰਜ਼ੀ ਹਿੰਦੂ ਨੇ ਔਰ ਇਹ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ ਔਰ ਦੂਸਰਾ ਇਹ ਆ ਕਿ ਉਹ ਸਾਰੇ ਲੋਕ ਜਿਹੜੇ ਲੋਕ ਇਸ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦਾ ਵਿਰੋਧ ਕਰ ਰਹੇ ਆ ਜਿਹੜੇ ਹੇਟ ਪਾਲਿਸੀ ਦੇ ਖਿਲਾਫ ਖੜੇ ਆ ਉਹ ਸਾਰੇ ਜਾਣੇ ਇੱਕ ਪਾਸੇ ਹੋ ਗਿਆ ਔਰ ਉਹ ਮੰਗੇ ਇੱਥੋਂ ਤੱਕ ਵੀ ਕੁਝ ਲੋਕਾਂ ਨੇ ਮੰਗ ਉਠਾਈ ਆ ਕਿ ਇਹਨੂੰ ਹਿੰਦੂ ਧਰਮ ਦੇ ਵਿੱਚੋਂ ਹੀ ਖਾਰਜ ਕਰ ਦੇਣਾ ਚਾਹੀਦਾ ਇਹਨੂੰ ਬਾਹਰ ਕੱਢ ਦੇਣਾ ਚਾਹੀਦਾ ਐਲਾਨੀਆ ਤੌਰ ਤੇ ਬਾਹਰ ਕੱਢ ਦੇਣਾ ਚਾਹੀਦਾ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਗਾ ਸਕਦੇ ਆ ਕਿ ਜਿਨ੍ਹਾਂ ਸ਼ਬਦਾਂ ਦੀ ਅਨਪਾਰਲੀਮੈਂਟਰੀ ਸ਼ਬਦਾਂ ਦੀ ਵਰਤੋਂ ਪਾਰਲੀਮੈਂਟ ਦੇ ਅੰਦਰ ਕੀਤੀ ਗਈ ਆ ਉਹ ਕਿੰਨੇ ਮਾੜੇ ਤੇ ਕਿੰਨੇ ਗਲਤ ਸਨ ਔਰ ਫਿਰ ਜਿੱਦਾਂ ਉਹਨੇ ਸਿੱਧਾ ਸ਼ਬਦ ਬੋਲ ਕੇ ਇਹਦੇ ਦੋ ਪੱਖ ਨੇ ਔਰ ਬਹੁਤ ਦੋਵੇਂ ਬੜੇ ਸੀਰੀਅਸ ਨੇ ਇੱਕ ਤਾਂ ਉਹ ਸੰਸਦ ਦਾ ਮੈਂਬਰ ਇੰਡੀਵਿਜੂਅਲ ਤੌਰ ਤੇ ਨਿੱਜੀ ਤੌਰ ਤੇ ਉਸ ਵਿਅਕਤੀ ਨੂੰ ਜਿਹਨੂੰ ਇਹ ਗੱਲਾਂ ਕਹੀਆਂ ਗਈਆਂ
ਉਹ ਵਿਅਕਤੀ ਦੇ ਉੱਤੇ ਕੀ ਵਾਪਰੀ ਆ ਤੇ ਉਹਦੇ ਰਾਹੀਂ ਇੱਕ ਪੂਰੇ ਦੇ ਪੂਰੇ ਇੱਕ ਕਮਿਊਨਿਟੀ ਨੂੰ ਔਰ ਕਮਿਊਨਿਟੀ ਨੂੰ ਬਲੇਮ ਕੀਤਾ ਗਿਆ, ਜਿਹਦੇ ਬਾਰੇ ਫਰੂਕ ਅਬਦੁੱਲਾ ਨੇ ਵੀ ਕਿਹਾ ਆ ਆਪਣੇ ਉਮਰ ਅਬਦੁੱਲਾ ਉਮਰ ਅਬਦੁੱਲਾ ਸੌਰੀ ਅਮਰ ਅਬਦੁੱਲਾ ਨੇ ਇਹ ਗੱਲ ਕਹੀ ਆ ਕਿ ਇਹ ਸਾਰੇ ਹਿੰਦੂ ਕਮਿਊਨਿਟੀ ਨੂੰ ਗਾਲੀਆਂ ਕੱਢੀਆਂ ਗਈਆਂ ਔਰ ਉਹਨੂੰ ਮੁੱਲਾ ਕਹਿ ਕੇ ਮੁੱਲਾ ਕੇ ਹਾਂ ਹਨਾ ਉਹ ਕਹਿ ਕੇ ਮਲਾਣਾ ਕਹਿ ਕੇ ਜੋ ਵੀ ਕਿਹਾ ਉਹਨੇ ਸ਼ਬਦ ਵਰਤਿਆ ਉੱਥੇ, ਔਰ ਉਹ ਪੂਰੇ ਦੇ ਪੂਰੇ ਇੱਕ ਕਮਿਊਨਿਟੀ ਨੂੰ, ਇੱਕ ਭਾਈਚਾਰੇ ਨੂੰ, ਜਿਹਦੀ ਕਿ ਬਹੁਤ ਭਾਰੀ ਗਿਣਤੀ ਇਸ ਦੇਸ਼ ਦੇ ਵਿੱਚ, ਨਾਲ ਜਿਹੜੀ ਗੱਲ ਉਹਨਾਂ ਨੇ ਗੱਲ ਕਹੀ ਆ ਕਿ ਇਸ ਕਮਿਊਨਿਟੀ ਦੇ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਬੈਠੇ ਨੇ, ਜਿਹੜੇ ਉਹ ਅੰਦਰ ਬੈਠ ਕੇ ਜਾਂ ਉੱਥੇ ਜਿੱਤ ਕੇ ਆ ਜਾਂ ਉਹਨਾਂ ਦੇ ਅਜੇ ਵੀ ਪਾਰਟੀ ਦੇ ਅੰਦਰ ਕੰਮ ਕਰਦੇ ਆ, ਉਹਨਾਂ ਨੇ ਇਸ ਗੱਲ ਨੂੰ ਸੁਣਿਆ ਕਿਵੇਂ ਔਰ ਉੱਥੇ ਉਹ ਆਰਾਮ ਦੇ ਨਾਲ ਬੈਠੇ ਕਿਸ ਤਰ੍ਹਾਂ ਹੈਗੇ ਆ। ਪ੍ਰਧਾਨ ਮੰਤਰੀ ਨੇ ਕੋਈ ਦਖਲ ਨਹੀਂ ਦਿੱਤਾ। ਅੱਛਾ, ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਫਰਜ਼ ਕਰੋ ਆਪਾਂ ਜਿਹੜੇ ਇਸ ਬਹਿਸ ਦੇ ਵਿੱਚ ਸ਼ਾਮਲ ਆ ਇਸ ਵੇਲੇ, ਇਹ ਸੋਚ ਕੇ ਦੇਖੀਏ ਕਿ ਇਹੀ ਗੱਲਾਂ, ਇਹੀ ਸ਼ਬਦਾਂ ਦੀ ਵਰਤੋਂ ਕਿਸੇ ਹੋਰ ਪਾਰਟੀ ਨੇ, ਜੇ ਕਿਸੇ ਵਿਰੋਧੀ ਪਾਰਟੀ ਨੇ ਜਾਂ ਕਾਂਗਰਸ ਦੇ ਕਿਸੇ ਬੰਦੇ ਨੇ, ਕਾਂਗਰਸ ਦੇ ਕਿਸੇ ਸਾਂਸਦ ਨੇ ਗੱਲਾਂ ਕਹੀਆਂ ਹੁੰਦੀਆਂ ਤਾਂ ਉਹਦਾ ਕੀ ਬਣਨਾ ਸੀ, ਉਹਦਾ ਕੀ ਹਾਲ ਹੋਣਾ ਸੀਗਾ। ਇਹਨੇ ਨਾਲ ਹੀ ਨਹੀਂ ਸਰ ਜਾਂਦਾ ਕਿ ਉਹਨਾਂ ਸ਼ਬਦਾਂ ਨੂੰ ਪੰਚ ਕਰ ਦਿੱਤਾ ਗਿਆ ਆ ਜਾਂ ਉਹਨਾਂ ਦੇ ਉੱਤੇ ਜਿਹੜੀ ਨਾ ਉਹਨਾਂ ਨੂੰ ਹੁਣ ਜਿਸ ਸਾਂਸਦ ਨੂੰ ਇਹ ਗਾਲੀਆਂ ਕੱਢੀਆਂ ਗਈਆਂ ਦਾਨਿਸ਼ ਅਲੀ ਨੂੰ, ਉਹ ਦਾਨਿਸ਼ ਅਲੀ ਇੱਕ ਤਾਂ ਉਹ BSP ਦਾ MP ਹੈ, ਬਿਲਕੁਲ ਠੀਕ। ਦੂਸਰਾ ਉਹ ਜਿਹਦੇ ਉੱਤੇ ਇਹਨਾਂ ਨੇ ਆਸਾਂ ਲਾਈਆਂ ਹੋਈਆਂ ਸੀਗੀਆਂ ਕਿ ਅੰਤ ਤੇ ਜਾ ਕੇ ਜਿਹੜਾ ਉਹਨਾਂ ਦੀ ਉਹ ਸਪੋਰਟ ਉਹਨੂੰ ਕਿਸੇ ਨਾ ਕਿਸੇ ਲੁਕਵੇਂ ਢੰਗ ਨਾਲ ਮਿਲ ਜਾਏਗੀ, ਇੱਕ ਤਾਂ ਉਹ ਕੰਮ ਕਰ ਲਿਆ ਉਹਨਾਂ ਨੇ ਆਪ ਹੀ BJP ਨੇ। ਔਰ ਦੂਸਰਾ ਗੱਲ ਇਹ ਆ ਕਿ ਉਹਨੇ ਜਿਹੜੀ ਗੱਲ ਕਹੀ ਆ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਔਰ ਇੰਨਾ ਮੇਰਾ ਮਨ ਦੁਖਿਆ ਹੋਇਆ, ਔਰ ਉਹ ਕਹਿੰਦਾ ਮੈਂ ਲਿਖ ਕੇ ਦਿੱਤਾ ਹੋਇਆ, ਐਪਲੀਕੇਸ਼ਨ ਲਿਖ ਕੇ ਦਿੱਤੀ ਹੋਈ ਆ, ਔਰ ਨਾਲ ਇਹ ਕਿ ਜੇ ਇਹਦੇ ਖਿਲਾਫ ਕੋਈ ਕਾਰਵਾਈ, ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਮੈਂ ਸੰਸਦ ਤੋਂ ਅਸਤੀਫਾ ਦੇਣ ਬਾਰੇ ਸੋਚ ਰਿਹਾ, ਮਨ ਬਣਾਇਆ ਹੋਇਆ। ਔਰ ਇਹ ਗੱਲ ਬਹੁਤ ਵੱਡੀ ਹੋ ਜਾਊਗੀ ਜੇ ਇਹ ਗੱਲ ਕਰਨੀ ਪੈ ਗਈ ਉਹਨੂੰ। ਤੇ ਦੂਜੇ ਪਾਸੇ ਜਿਹੜਾ ਆ ਕੋਈ ਜਾਣੀ ਨੋਟਿਸ ਨਹੀਂ ਏਦਾਂ ਲਿਆ ਗਿਆ। ਜੇ ਰਾਜਨਾਥ ਜੀ ਬੋਲੇ ਵੀ ਤਾਂ ਉਹਨਾਂ ਨੇ ਇਹ ਕਿਹਾ ਵੀ ਮੈਂ ਸੁਣੀ ਤਾਂ ਹੈ ਨਹੀਂ, ਲੇਕਿਨ ਜੇ ਏਦਾਂ ਕੀਤਾ ਗਿਆ ਤੇ ਬਹੁਤ ਮਾੜਾ ਹੋਇਆ। ਇਹਨੇ ਨਾਲ ਗੱਲ ਨਿਬੜ ਨਹੀਂ ਜਾਂਦੀ, ਜੋ ਕੁਛ ਜਿੰਨੇ ਜਿਸ ਲੈਵਲ ਦਾ ਹੋਇਆ। ਹੋਣਾ ਕੀ ਆ, ਉਸ ਬੰਦੇ ਨੇ, ਵਥੂਰੀ ਨਾਂ ਦੇ ਬੰਦੇ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਕਿਹਾ ਕਿ ਮੈਂ ਤੈਨੂੰ ਬਾਹਰ ਦੇਖੂੰਗਾ, ਮੁੱਲਾ ਨਾਂ ਲੈ ਕੇ, ਹਨਾ, ਕਿ ਮੈਂ ਇਹਨੂੰ ਬਾਹਰ, ਮੁੱਲਾ ਤੈਨੂੰ ਬਾਹਰ ਦੇਖੂੰਗਾ। ਇਹ ਥ੍ਰੈਟ ਆ, ਇਹ ਥ੍ਰੈਟ ਟੂ ਲਾਈਫ ਵੀ ਹੋ ਸਕਦਾ ਆ। ਔਰ ਇਹ ਥ੍ਰੈਟ ਦਿੱਤੀ ਗਈ ਹੈ ਕਿ ਤੈਨੂੰ ਬਾਹਰ ਦੇਣਾ ਕੀ ਮਤਲਬ ਕਿ ਫਿਜ਼ੀਕਲੀ ਦੇਖੇਗਾ ਨਾ ਕੋਈ ਕੀ ਹੋਗਾ। ਹੁਣ ਇਹਦੇ ਵਿੱਚ ਪੂਰੀ ਦੀ ਪੂਰੀ ਪਾਰਲੀਮੈਂਟ ਆ ਜਿਹੜੀ, ਸਾਂਸਦ ਆ ਜਿਹੜੇ, ਸਪੀਕਰ ਸਾਹਿਬ ਸਮੇਤ ਇਹਦੇ ਆਈ ਵਿਟਨੈਸ ਹੈਗੇ ਆ। ਔਰ ਉਹ ਆਈ ਵਿਟਨੈਸ ਹੈਗੇ ਆ। ਚਾਹੀਦਾ ਤੇ ਇਹ ਆ ਕਿ ਸਪੀਕਰ ਨੂੰ ਖੁਦ ਪੁਲਿਸ ਨੂੰ ਬੁਲਾ ਕੇ FIR ਰਜਿਸਟਰ ਕਰਾਉਣੀ ਚਾਹੀਦੀ ਆ ਆਪਣੇ ਵੱਲੋਂ। ਜੇ ਉਹ ਨਹੀਂ ਆ ਤੇ ਉਹ ਇੱਕ ਐਵੀਡੈਂਸ ਆ, ਜਿਹਨੂੰ ਇਹ ਇੱਕ ਕ੍ਰਿਮੀਨਲ ਐਕਟ ਹੈਗਾ ਔਰ ਇਹਦੇ ਤੇ ਕ੍ਰਿਮੀਨਲ ਕੇਸ ਹੋਣਾ ਚਾਹੀਦਾ ਆ। ਦੂਜਾ ਇਹ ਆ ਕਿ ਪਾਰਲੀਮੈਂਟ ਦੇ ਵਿੱਚ ਇਹੋ ਜਿਹੇ ਬੰਦੇ ਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ, ਨਾ ਮੋਰਲ ਨਾ ਕਾਨੂੰਨਨ। ਔਰ ਜਿਸ ਤਰ੍ਹਾਂ ਦੀ ਇਹ ਗੱਲ ਪਾਰਲੀਮੈਂਟ ਦੇ ਅੰਦਰ ਕੀਤੀ ਗਈ, ਸੋ ਇਸ ਕਰਕੇ ਇਹਦੇ ਸੰਵਿਧਾਨ ਦੀਆਂ ਧਾਰਾਵਾਂ ਵੀ ਇਹਨੂੰ ਅਲਾਉ ਕਰਦੀਆਂ ਆ ਕਿ ਉੱਥੇ ਤੁਸੀਂ ਪਾਰਲੀਮੈਂਟ ਦੇ ਵਿੱਚ ਕਿਹੜੇ ਸ਼ਬਦ ਬੋਲਣੇ, ਕਿਹੜੇ ਨੇ। ਇੱਕ ਲੰਬੀ ਲਿਸਟ, ਇੱਕ ਡਿਕਸ਼ਨਰੀ ਬਣਾ ਕੇ ਪੇਸ਼ ਕੀਤੀ ਹੋਈ ਆ ਕਿ ਤੁਸੀਂ ਆਹ ਸ਼ਬਦ ਨਹੀਂ ਵਰਤਣਾ, ਤੁਸੀਂ ਆਹ ਵੀ ਨਹੀਂ ਵਰਤਣਾ, ਤੁਸੀਂ ਆਹ ਵੀ ਨਹੀਂ ਵਰਤਣਾ। ਜਿਹਦੇ 'ਚ ਆਮ ਬੋਲ ਚਾਲ ਦੇ ਵਿੱਚ ਵੀ ਜਿਹੜੇ ਸ਼ਬਦ ਅਸੀਂ ਬੋਲਦੇ ਰਹਿੰਦੇ ਆ, ਉਹਨਾਂ ਨੂੰ ਤੇ ਵੀ ਪਾਬੰਦੀ ਲਾਈ ਹੋਈ ਆ। ਇਹਨੇ ਉਹਨਾਂ ਸ਼ਬਦਾਂ ਨੂੰ ਇਸਤੇਮਾਲ ਕੀਤਾ ਜਿਨ੍ਹਾਂ ਨੂੰ ਆਮ ਲੋਕ ਜਿਹੜੇ ਆ ਕਹਿੰਦੇ ਆ ਕਿ ਇਹ ਅਨਪਾਰਲੀਮੈਂਟਰੀ ਹੈਗਾ। ਇੱਕ ਤਾਂ ਇਹਦਾ ਇਹ ਪੱਖ ਹੈ ਕਿ ਇਹ ਇੱਕ ਕ੍ਰਿਮੀਨਲ ਐਕਟ ਹੈਗਾ, ਇਹਨੂੰ ਉਸੇ ਤਰ੍ਹਾਂ ਹੀ ਡੀਲ ਕਰਨਾ ਚਾਹੀਦਾ। ਔਰ ਜੇ ਉਹਨੂੰ ਕੋਈ ਅਸਤੀਫਾ ਦੇਣ ਦੀ ਨੌਬਤ ਆ ਗਈ ਤਾਂ ਇਹ ਬਹੁਤ ਵੱਡੀ ਇੱਕ ਇਤਿਹਾਸ ਦੇ ਵਿੱਚ ਇੱਕ ਕਲੰਕ ਲੱਗਣ ਵਾਲੀ ਜਿਹੜੀ ਨਾ ਸਾਡੀ ਡੈਮੋਕ੍ਰੇਸੀ ਨੂੰ ਕਲੰਕ ਲੱਗਣ ਵਾਲਾ ਜਿਹੜਾ ਨਾ ਕੰਮ ਹੋ ਜਾਏਗਾ। ਸੋ ਇਸ ਕਰਕੇ ਪ੍ਰੋਪਰ ਇਹੀ ਆ ਕਿ ਖੁਦ ਸਪੀਕਰ ਸਾਹਿਬ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕਰਨ।
ਸਿਵ ਸਾਹਿਬ ਤੁਸੀਂ ਵੀ ਲੰਮਾ ਸਮਾਂ ਪਾਰਲੀਮੈਂਟ ਨੂੰ ਕਵਰ ਕੀਤਾ ਹੈਗਾ ਤੇ ਜੋ ਕੁਛ ਇਹ ਤੁਸੀਂ ਵੇਖਿਆ ਇਦਾਂ ਕਦੇ ਵਾਪਰਿਆ ਅੱਗੇ? ਨਹੀਂ, ਬਿਲਕੁਲ ਨਹੀਂ ਵਾਪਰਿਆ ਕਦੇ। ਕਦੇ ਮੌਨਸੂਨ ਦਾ ਸੈਸ਼ਨ ਹੋਇਆ ਤੇ ਬੜਾ ਭਰਮਾ ਹੋਇਆ, ਜਿੰਨਾ ਵੀ ਹੋਇਆ, ਤੇ ਉਹਦੇ ਪਿੱਛੋਂ ਤੁਸੀਂ ਕੋਈ ਐਡਾ ਵੱਡਾ ਸਪੈਸ਼ਲ ਇਸ਼ੂ ਨਹੀਂ ਹੋਇਆ ਜਿਹੜਾ ਦੇਸ਼ ਦੀ ਕੋਈ ਐਮਰਜੈਂਸੀ ਹੋ ਗਈ ਹੋਵੇ ਜਾਂ ਕੋਈ ਹੋਰ ਵੱਡੀ ਸਮੱਸਿਆ ਹੋਵੇ ਜਿਹਦੇ ਤੇ ਤੁਹਾਨੂੰ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਉਣਾ ਪਵੇ। ਇਹ ਕਦੇ ਨਹੀਂ ਹੋਇਆ। ਕੁਝ ਦਿਨਾਂ ਬਾਅਦ ਹੀ ਮਤਲਬ ਕਿ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਬਾਅਦ ਹੀ ਇਹ ਸਾਰਾ ਅਨਾਉਂਸਮੈਂਟ ਹੋ ਗਈ। ਅਸਲ ਵਿੱਚ ਕੀ ਹੋਇਆ, ਇਹ ਸੈਸ਼ਨ ਬੁਲਾ ਕੇ ਇਹ ਜਾਂ ਉੱਥੇ ਇਹ ਲੋਕਾਂ ਦਾ ਧਿਆਨ ਦੂਜੇ ਪਾਸੇ ਭਟਕਾਉਣਾ ਚਾਹੁੰਦੇ ਸੀ। ਉਹਨਾਂ ਦਿਨਾਂ 'ਚ ਫੇਰ ਜਿਹੜੀ ਅਡਾਨੀ ਦਾ ਜਿਹੜਾ ਇੱਕ ਹੋਰ ਜਿਹੜੀ ਲੂਪ ਹੋਲ ਸੀ, ਜਿਹੜਾ ਉਹਦੇ ਹੋਰ ਹੇਰਾ ਫੇਰੀਆਂ ਸੀ, ਉਹ ਕਈ ਪ੍ਰੈਸ ਨੇ, ਅਖਬਾਰਾਂ ਨੇ ਜਾਰੀ ਕਰਤੀਆਂ ਸੀ। ਅਡਾਨੀ ਇਹਨਾਂ ਦੀ ਬੜੀ ਵੱਡੀ ਮੋਦੀ ਸਰਕਾਰ ਦੀ ਦੁੱਖ ਦੀ ਰਾਗ ਹੈ, ਜਾਂ ਪ੍ਰਾਈਮ ਮਿਨਿਸਟਰ ਦੀ ਖੁਦ ਦੀ ਵੀ ਦੁੱਖ ਦੀ ਵੱਡੀ ਰਾਗ ਹੈ। ਤੇ ਇਸ ਕਰਕੇ ਉੱਥੋਂ ਇਹ ਲੋਕਾਂ ਦਾ ਧਿਆਨ ਉਧਰੋਂ ਟਾਲਣਾ ਚਾਹੁੰਦੇ ਸੀ ਵੀ ਸਪੈਸ਼ਲ ਸੈਸ਼ਨ ਹੋ ਰਿਹਾ। ਸਪੈਸ਼ਲ ਸੈਸ਼ਨ ਤੇ ਫਿਰ ਲੋਕਾਂ ਦੇ ਅਖਬਾਰਾਂ 'ਚ ਵੀ ਤੇ ਫਿਰ ਇਸ ਕਿਸਮ ਦੇ ਕਿਆਸ ਰਾਈਆਂ ਹੋਣ ਲੱਗ ਗਈਆਂ ਵੀ ਇੱਕ ਨੇਸ਼ਨ, ਇੱਕ ਵਨ ਨੇਸ਼ਨ ਵਨ ਪੋਲ ਦੀ ਗੱਲ ਹੋਊਗੀ, ਜਾਂ ਮਤਲਬ ਕਿ ਵੀ ਹੋ ਸਕਦਾ ਵੀ ਇਹ ਇਲੈਕਸ਼ਨ ਕਮਿਸ਼ਨ 'ਚ ਹੀ ਬਹੁਤ ਵੱਡੀ ਤਬਦੀਲੀ ਕਰਦੇ ਨੇ ਮੁੜ ਕੇ ਸਾਰਾ। ਇਹ ਸਾਰੀਆਂ ਗੱਲਾਂ ਸੋਚੀਆਂ ਵੀ ਇਹਨਾਂ ਨੇ, ਸਾਰੀਆਂ ਗੱਲਾਂ ਆਈਆਂ ਵੀ, ਪਰ ਇਹ ਸਾਰਾ ਲੋਕਾਂ ਦਾ ਧਿਆਨ ਅਡਾਨੀ ਤੋਂ ਪਾਸੇ ਕਰਨ ਲਈ ਕੀਤਾ ਸੀਗਾ। ਤੇ ਹੋਰ ਇੱਕ ਅੱਧਾ ਹੋਰ ਉਹ ਤਾਂ ਮੇਰੇ ਯਾਦ ਨਹੀਂ ਐਗਜ਼ੈਕਟਲੀ ਕੀ ਉਹਨਾਂ ਦੇ ਨਾਲ ਜੇ ਕਦਾ ਹੋਰ ਘਟਨਾ ਹੋਈ ਸੀ। ਦੋ ਘਟਨਾ ਤੋਂ ਪਾਸੇ ਕਰਨ ਲਈ ਇਹ ਬੁਖਲਾੜ ਤੇ ਜਾ ਕੇ ਇੰਡੀਆ ਜਿਹੜਾ ਗੱਠਜੋੜ ਦੀ ਮੀਟਿੰਗ ਸੀਗੀ ਬੰਬੇ ਜਦੋਂ ਇਹ ਮੀਟਿੰਗ ਸੀ, ਹਾਂ, ਤੇ ਉਹਨੂੰ ਬੁਖਲਾਏ ਵੀ ਬਹੁਤ ਸੀ ਵੀ ਧਿਆਨ ਦੂਜੇ ਪਾਸੇ ਲੋਕਾਂ ਦਾ ਕਰਨਾ ਚਾਹੁੰਦੇ ਸੀ। ਤੇ ਇੱਕ ਤਾਂ ਇਹ ਸੀਗਾ ਸਾਰਾ ਇਸ਼ੂ। ਫਿਰ ਜਿਹੜਾ ਇਹ ਹੈ ਵੀ ਪਾਰਲੀਮੈਂਟ ਦਾ ਜਿਹੜਾ ਸਪੈਸ਼ਲ ਸੈਸ਼ਨ ਤੁਸੀਂ ਬੁਲਾਇਆ, ਉਹਦਾ ਤੁਸੀਂ ਏਜੰਡਾ ਵੀ ਦਿੰਦੇ ਹੋ, ਏਜੰਡਾ ਵੀ ਨਹੀਂ ਇਸ਼ੂ ਕੀਤਾ। ਏਜੰਡਾ ਵੀ ਬਾਅਦ ਚ ਇਸ਼ੂ ਕੀਤਾ ਜਦੋਂ ਸੋਨੀਆ ਗਾਂਧੀ ਨੇ ਬਕਾਇਦਾ ਚਿੱਠੀ ਲਿਖੀ ਸਾਰੀ, ਉਹ ਚਿੱਠੀ ਪਬਲਿਸ਼ ਹੋਈ ਸਾਰੇ। ਉਦੋਂ ਪਿੱਛੋਂ ਤੁਸੀਂ ਬੜੀ ਤੇਜ਼ੀ ਨਾਲ ਇਹ ਸਾਰਾ ਬਿੱਲ ਦੁਆਰਾ ਡਰਾਫਟ ਹਿੰਦੀ ਚ ਕਰਾ ਕਰੂ ਕੇ ਤੇ ਦੁਆਰਾ ਸ਼ੁਰੂ ਕੀਤਾ ਸਾਰਾ। ਤੇ ਜਿਹਦੇ ਵਿੱਚ ਸਾਰੀਆਂ ਹੀ ਪਿਛਲੀ ਪੂਰੀ ਜਿਹੜੀ ਸਟੱਡੀ ਸੀ ਸਾਰੀ ਵੀ ਬਿੱਲ ਕਿੱਥੇ ਆ, ਕੀ ਇਫੈਕਟ ਪਊ ਇਹਦਾ, ਉਹ ਕਿਸੇ ਦੀ ਪੂਰੀ ਤਰੀਕੇ ਨਾਲ ਇਸ ਗੱਲ ਦਾ ਨਿਰਣੇ ਚੰਗੀ ਤਰ੍ਹਾਂ ਲਏ ਨਹੀਂ ਗਏ। ਤੇ ਬੜੀ ਤਤਫਟ ਤੇ ਜਲਦੀ ਦੇ ਵਿੱਚ ਸਾਰਾ ਕੁਝ ਕੀਤਾ ਗਿਆ ਤੇ ਕੋਈ ਇਸ਼ੂ ਨਹੀਂ ਸੀਗਾ। ਕਹਿ ਬੈਠੇ ਵੀ ਵੱਡਾ ਇਸ਼ੂ ਤਾਂ ਇਹ ਹੈ ਵੀ ਅਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾਵਾਂਗੇ, ਲੋਕਾਂ ਨੂੰ ਡਰਾਈਏ ਤਾਂ ਕਿ ਅਡਾਨੀ ਨੂੰ ਭੁੱਲ ਜਾਣ। ਤੇ ਹੋਇਆ ਵੀ ਕਾਫੀ ਹੱਦ ਤੱਕ। ਅਡਾਨੀ ਵਾਲੀ ਗੱਲ ਸਾਰੀ ਹੁਣ ਦਬੀ ਗਈ ਹੈ ਇੱਕ ਤਰੀਕੇ ਨਾਲ, ਤੇ ਉੱਥੋਂ ਤੱਕ ਤਾਂ ਇਹਨਾਂ ਦੀ ਕਾਮਯਾਬੀ। ਜਿੱਥੇ ਤੱਕ ਹੈਗਾ ਇਹ ਸਵਾਲ ਵੀ ਇਹ ਸੈਸ਼ਨ ਦੇ ਵਿੱਚ ਕੀ ਹੋਇਆ, ਕੱਲਾ ਵਿਮਨ ਰਿਜ਼ਰਵੇਸ਼ਨ ਬਿੱਲ ਆਇਆ। ਰਿਜ਼ਰਵੇਸ਼ਨ ਬਿੱਲ ਪਹਿਲਾਂ ਹੀ 10 ਚ ਕੋਈ ਪਾਸ ਹੋ ਚੁੱਕਿਆ ਸੀਗਾ ਤੇ ਉਹ ਫਿਰ ਡੈਡ ਤਾਂ ਹੈ ਨਹੀਂ ਸੀਗਾ। ਹੁਣ ਦੁਬਾਰਾ ਫਿਰ ਉਸ ਤੇ ਹੁਣ OBC ਵਾਲੀ ਗੱਲ ਖੜੀ ਕਰਕੇ ਇਹਨਾਂ ਨੇ ਆਪਣਾ ਨੁਕਸਾਨ ਕਰਾਇਆ। ਤੁਸੀਂ ਇਹ ਦੇਖੋ ਵੀ ਹੁਣ ਇਹ ਫਿਗਰਾਂ ਸਾਰੀਆਂ ਆ ਗਈਆਂ ਵੀ 90 ਸੈਕਟਰੀ ਹੈ ਦੇਸ਼ ਦੇ ਵਿੱਚ, ਸੈਕਟਰੀ ਵੱਡੀ ਅਹੁਦਾ ਹੁੰਦਾ ਗਵਰਨਮੈਂਟ ਦੇ ਵਿੱਚ, ਉਹਦੇ ਵਿੱਚੋਂ 3 ਸੈਕਟਰੀ OBC ਹੈ ਸਾਰੇ, ਤੇ ਉਹਨਾਂ ਨੇ ਰੌਲਾ ਪਾਤਾ। ਉਹ ਇਸ ਕਰਕੇ ਇਹ ਜਿਹੜਾ ਖੜਾ, ਇਹ ਜਿਹੜੀ ਗੱਲ ਹੈ ਇਹਦੇ ਵਿੱਚ ਜਿਹੜੀ OBC ਨਾਲ, ਜਿਵੇਂ OBC ਦਾ ਪਿੱਛੇ ਜੇ ਸਾਰੇ ਅੰਕੜੇ ਵੀ ਆ ਗਏ ਆ ਵੀ OBC ਦੇ ਨਾਲ ਹੀ BJP ਦੀ ਜਿੱਤ ਹੁੰਦੀ ਤੁਰੀ ਆਈ ਹੈ। OBC ਪਹਿਲੇ ਚੋਣ ਵੇਲੇ ਇਹਨਾਂ ਨੂੰ ਕਿਤੇ 17-18% ਵੋਟਾਂ ਪਈਆਂ ਸੀ, ਫਿਰ ਉਦੋਂ ਪਿੱਛੋਂ 20-22 ਹੋ ਗਈਆਂ। ਐਤਕੀ ਇਹਨਾਂ ਦੀਆਂ ਸਭ ਤੋਂ ਜ਼ਿਆਦਾ 30% ਜਿਹੜੀ ਵੋਟ BJP ਨੂੰ ਆਈ ਸੀ, 30-40% ਉਧਰੋਂ ਆਈ ਸੀ ਸਾਰੀ, OBC ਦੀ ਸੀ। ਤੇ OBC ਸਾਰੇ ਆ ਕੇ ਤੁਸੀਂ OBC ਦਾ ਇੱਕ ਵੱਡਾ ਚੰਕ ਹੈ ਜਿਹੜਾ OBC ਦਾ, ਉਹ ਤੁਸੀਂ ਆਪਦੇ ਕੋਲੋਂ ਗਵਾ ਲਿਆ। ਹੁਣ ਗੱਲ ਬੜੀ ਵੱਡੀ ਉੱਠੀ ਹੈ। ਇੱਥੋਂ ਤੱਕ ਹੋਇਆ ਵੀ ਕਾਂਗਰਸ ਨੇ ਆਪਦਾ ਜਿਹੜਾ ਪਹਿਲਾਂ ਜਿਹੜਾ ਸੀਗਾ ਸਾਰਾ ਉਹਨਾਂ ਦਾ ਰਿਜ਼ਰਵੇਸ਼ਨ ਬਿੱਲ ਬਾਰੇ ਬੜੇ ਲੜੇ ਸੀ। ਉਦੋਂ ਲਾਲੂ ਵਰਗੇ ਇਹਨਾਂ ਦੇ ਨਾਲ ਸੀ, ਪਰ ਇਹਨਾਂ ਨਾਲ ਲੋਕ ਸਭਾ ਚ ਬਿੱਲ ਉਹਨਾਂ ਨੇ ਰਿਜ਼ਰਵੇਸ਼ਨ ਦਾ 33% ਵਾਲਾ ਪਾਸ ਨਹੀਂ ਸੀ ਹੋਣ ਦਿੱਤਾ। ਰਿਜ਼ਰਵੇਸ਼ਨ ਬਿੱਲ 33 ਕਿਉਂਕਿ ਉਹ ਕਹਿੰਦੇ ਸੀ OBC ਨੂੰ ਤੁਸੀਂ ਪਹਿਲਾਂ ਦਿਓ, ਉਹਨਾਂ ਨੂੰ ਕੀ ਫਾਇਦਾ ਹੋਊ ਸਾਡੇ। ਇਸ ਤਰੀਕੇ ਨਾਲ OBC ਦੀ ਰਿਜ਼ਰਵੇਸ਼ਨ ਮੰਗਦੇ ਸੀਗੇ। ਤੇ ਹੁਣ ਕਾਂਗਰਸ ਨੇ 2010 ਤੋਂ ਲੈ ਕੇ 23 ਜਾ ਕੇ ਸਾਰਾ ਐਟੀਟਿਊਡ ਬਦਲ ਲਿਆ। ਹੁਣ ਸਿੱਧਾ ਰਾਹੁਲ ਗਾਂਧੀ ਕਹਿੰਦਾ ਵੀ OBC ਦਾ ਜਿਹੜਾ ਮਸਲਾ ਹੈ ਤੇ ਉਹ ਉਦੋਂ ਅਸੀਂ ਗਲਤੀ ਤੇ ਸੀ। ਐਡੀ ਵੱਡੀ ਗੱਲ ਕਹਿਣੀ ਵੀ ਆ ਵੀ ਬਹੁਤ ਥਾਈਂ ਕਿਹਾ ਵੀ ਅਸੀਂ ਗਲਤੀ ਤੇ ਸੀ, ਹੁਣ ਅਸੀਂ OBC ਦੀ ਸਿੱਧੀ ਮਦਦ ਕਰਦੇ ਆ। ਇੱਥੋਂ ਤੱਕ ਵੀ ਉਹਨੇ ਕਹਿਤਾ ਵੀ ਸਾਡੇ 'ਚ ਵੀ OBC ਦੇ MP ਬੈਠੇ ਆ, BJP 'ਚ ਵੀ ਬੈਠੇ ਆ, ਤੇ ਇਹ ਬਿਲਕੁਲ ਮੂਰਤੀਆਂ ਬਣੇ ਬੈਠੇ ਆ, ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ।
ਅਸੀਂ ਤਾਂ ਇਹਨਾਂ ਦੇ ਹੱਕ ਚ ਆਏ, ਮੂਰਤੀਆਂ ਸ਼ਬਦ ਵਰਤਿਆ ਨੇ, ਬਿਲਕੁਲ ਠੀਕ। ਮੂਰਤੀਆਂ ਸ਼ਬਦ ਵਰਤਿਆ ਉਹਦੇ ਲਈ। ਤੇ ਤੁਸੀਂ ਇਹ ਦੇਖੋ ਵੀ ਹਾਲਾਤ ਮੌਕੇ ਮੁਤਾਬਕ ਕਾਂਗਰਸ ਨੇ ਕਿਸ ਤਰ੍ਹਾਂ ਸ਼ਿਫਟ ਮਾਰੀ ਹੈ। ਤੇ ਸੋਨੀਆ ਨੇ ਵੀ ਆਪਦੀ ਸੋਨੀਆ ਗਾਂਧੀ ਨੇ ਵੀ ਆਪਦੀ ਸਪੀਚ ਦੇ ਵਿੱਚ ਇਹੀ ਕਿਹਾ ਵੀ ਰਿਜ਼ਰਵੇਸ਼ਨ OBC ਨੂੰ ਮਿਲਣੀ ਚਾਹੀਦੀ ਹੈ। ਕਿੱਥੇ ਉੱਥੇ ਮੇਰੇ ਯਾਦ ਹੈ ਉਦੋਂ 2000 ਬਹੁਤ ਵੱਡਾ ਸਟੈਂਡ ਲਿਆ ਸੀਗਾ ਤੇ ਬਿੱਲ ਹੀ ਰਹਿ ਗਿਆ ਸੀਗਾ, ਪਾਸ ਨਹੀਂ ਸੀ ਹੋਇਆ ਲੋਕ ਸਭਾ ਚੋਂ। ਤੇ ਇਸ ਕਰਕੇ ਕਿੰਨੀ ਸ਼ਿਫਟ ਆਈ ਹੈ ਪੋਲਿਟਿਕਸ ਦੇ ਵਿੱਚ। ਪੋਲਿਟਿਕਸ ਦੇ ਵਿੱਚ ਵੈਸੇ ਤਾਂ ਸ਼ਿਫਟ ਬਹੁਤ ਆਈ ਹੈ। ਤੁਸੀਂ ਇਹ ਦੇਖੋ, ਤੁਹਾਡੇ ਯਾਦ ਹੋਵੇ ਰਾਹੁਲ ਗਾਂਧੀ ਨੂੰ ਕਿਸੇ 2-3 ਇਲੈਕਸ਼ਨਾਂ ਪਹਿਲਾਂ ਗੁਜਰਾਤ ਦੇ ਵਿੱਚ ਚੋਣ ਹੋ ਰਹੀ ਸੀ, ਤਾਂ ਫਿਰ ਕਾਂਗਰਸ ਦੇ ਸਪੋਕਸਮੈਨ ਨੇ ਦਿੱਲੀ 'ਚ ਕਿਹਾ ਸੀਗਾ ਵੀ ਰਾਹੁਲ ਗਾਂਧੀ ਕਿਸੇ ਪ੍ਰਤੀਕਰਮ ਦੇ ਵਿੱਚ ਵੀ ਰਾਹੁਲ ਗਾਂਧੀ ਤਾਂ ਇੱਕ ਜਨੇਊਧਾਰੀ ਹਿੰਦੂ ਹੈ, ਇੱਥੋਂ ਤੱਕ ਕਿਹਾ ਸੀ। ਤੇ ਹੁਣ ਤੁਸੀਂ ਦੇਖੋ ਵੀ ਉਹਨੇ ਸਾਰਾ ਕੁਝ ਹੀ ਬਦਲ ਲਿਆ। ਸੈਕੂਲਰਿਜ਼ਮ ਦਾ ਵੱਡਾ ਮੋਹਰੀ ਇਹ ਬੜੀ ਹੁੰਦੀ ਹੈ ਵੀ ਹਾਲਾਤ ਤੁਸੀਂ ਸਿਸਟਮੈਟਿਕਲੀ ਬਦਲਦੇ ਕਿਵੇਂ ਆ। ਪੋਲਿਟਿਕਸ ਵਿੱਚ ਇਹੀ ਮੌਕਾ ਹੁੰਦਾ। ਹੁਣ ਰਹਿ ਗਿਆ ਜਿੱਥੇ ਦਾਨਿਸ਼ ਅਲੀ ਦੀ ਜਿਹੜੀ ਹੈ ਸਾਰੀ ਇਹ ਮੈਨੂੰ ਜਿੱਥੋਂ ਤੱਕ ਇਹਦੀ ਬੈਕਗ੍ਰਾਉਂਡ ਦਾ ਪਤਾ, ਇਹ ਪਹਿਲਾਂ ਰਮੇਸ਼ ਬਦੂਰੀ, ਦਾਨਿਸ਼ ਅਲੀ, ਇਹ ਸਾਰੇ ਇੱਕੋ ਪਾਰਟੀ 'ਚ ਹੁੰਦੇ ਸੀ, ਜਨਤਾ ਦਲ 'ਚ। ਇਹ ਬੜਾ ਸਾਡੇ ਅਖਬਾਰਾਂ ਵਿੱਚ ਇਹ ਪ੍ਰੈਸ ਰਿਲੀਜ਼ਸ ਲੈ ਕੇ ਆਉਂਦਾ ਹੁੰਦਾ ਸੀ। ਇਹ ਬੜੀ ਛੋਟੀ ਉਮਰ ਦਾ ਲੜਕਾ ਸੀਗਾ, ਯੂਥ 'ਚ ਆ ਕੇ ਸੈੱਟ ਹੋਇਆ ਸੀ ਉਹਨਾਂ ਦੇ, ਦਾਨਿਸ਼ ਅਲੀ। ਤੇ ਉਦੋਂ ਇਹ ਸਾਰੇ ਇੱਕੋ ਗਰੁੱਪ ਸੀ, ਕਿਉਂਕਿ ਇਹ ਬਦੂਰੀ ਦਾ ਵੱਡਾ ਭਰਾ ਵੀ ਜਿਹੜਾ ਪਹਿਲਾਂ ਇੱਕ ਰਾਮ ਸਰਪਲਨ ਕੀ ਹੁਣ ਯਾਦ ਨਹੀਂ ਆ ਰਿਹਾ, ਹਾਂ, ਉਹ ਵੀ ਇਸੇ ਦਲ 'ਚ ਸੀਗਾ। ਇਹ ਤਾਂ ਬੀਜੇਪੀ ਹੁਣ ਜੁਆਇਨ ਕੀਤੀ ਹੈ। ਇਸ ਕਰਕੇ ਥੋੜੀ ਜਿਹੀ ਜਿਹੜੀ ਇਹਨੇ, ਵੈਸੇ ਤਾਂ ਬਹੁਤ ਗਲਤ ਹੈ ਜਿਹੜੇ ਚਾਣਾ ਜੀ ਨੇ ਕਿਹਾ, ਬਿਲਕੁਲ ਠੀਕ ਹੈ, ਮਰਿਆਦਾ ਦੇ ਉਲਟ ਸਾਰਾ ਕੁਝ ਕੀਤਾ, ਉਹ ਮੈਂ ਰਿਪੀਟ ਨਹੀਂ ਕਰਦਾ। ਸਵਾਲ ਤਾਂ ਇਹ ਆ ਵੀ ਇੰਨੀ ਤੁਸੀਂ, ਜੇ ਤੁਹਾਡੀ ਪੁਰਾਣੀ ਜਾਣ ਪਛਾਣ ਹੈ, ਤੁਸੀਂ ਪਾਰਲੀਮੈਂਟ ਦੇ ਵਿੱਚ ਖੜੇ ਹੋ, ਤੁਸੀਂ ਉਸ ਕਿਸਮ ਦੇ ਇੱਕੋ ਪਾਰਟੀ 'ਚ ਰਹੇ ਹੋ, ਤਾਂ ਇਹ ਥੋੜਾ ਹੁੰਦਾ ਵੀ ਇਸ ਤਰੀਕੇ ਨਾਲ ਤੁਸੀਂ ਇਹ ਇੱਥੇ ਆ ਕੇ ਤੁਹਾਨੂੰ ਖਿਆਲ ਨਾ ਰਹੇ ਵੀ ਹੁਣ ਮੈਂ ਕਿਹੜੀ ਪੋਜੀਸ਼ਨ ਤੋਂ ਬੋਲ ਰਿਹਾ, ਪਾਰਲੀਮੈਂਟ ਦੇ ਫਲੋਰ ਤੇ ਬੋਲ ਰਿਹਾ, ਤੇ ਤੁਸੀਂ ਉਸ ਨੂੰ ਉਸੇ ਤਰੀਕੇ ਨਾਲ ਹੀ ਬਾਹਰ ਆ ਜਾ, ਦੇਖੂੰਗਾ ਤੈਨੂੰ ਮੈਂ। ਤੇ ਜਾਂ ਜਿਹੜੇ ਸ਼ਬਦ ਪਹਿਲਾਂ ਕਿਤੇ ਵਰਦੇ ਹੋਣਗੇ ਤੇ ਵਰਦੇ, ਉਹ ਸਾਰੇ ਉਹਦੇ ਸ਼ਬਦ ਵਰਦੇ। ਸਵਾਲ ਬੇਸਿਕਲੀ ਇਹ ਹੈ ਵੀ ਬੀਜੇਪੀ ਦੇ ਪਲੇਟਫਾਰਮ ਉੱਤੇ ਗੱਲਾਂ ਹੀ ਇਹੀ ਚੱਲਦੀਆਂ, ਪੋਲਰਾਈਜੇਸ਼ਨ ਕਿਵੇਂ ਕੀਤੀ ਜਾਵੇ, ਮਿਨੋਰਿਟੀ ਨੂੰ ਟਾਰਗੇਟ ਕਰਕੇ, ਮੁਸਲਿਮ ਮਿਨੋਰਿਟੀ ਨੂੰ ਟਾਰਗੇਟ ਕਰਕੇ ਦੂਜੀ ਆਪਦੀਆਂ ਵੋਟਾਂ ਕਿਵੇਂ ਇਕੱਠੀਆਂ ਕੀਤੀਆਂ ਜਾਣ, ਉਹ ਵੋਟਾਂ ਦੀ ਵਾਢੀ ਕਿਵੇਂ ਕੀਤੀ ਜਾਵੇ, ਇਹੀ ਸਾਰਾ ਪ੍ਰੋਸੈਸ ਚੱਲਦਾ ਹੈ ਸਾਰਾ। ਹਿੰਦੂ ਰਾਸ਼ਟਰ ਚਲੋ ਇੱਕ ਖਾਸ ਕਿਸਮ ਦਾ ਜਿਹੜਾ, ਜਿਸ ਤਰ੍ਹਾਂ ਤੁਸੀਂ ਪਾਰਲੀਮੈਂਟ ਕਵਰ ਕਰਦੇ ਰਹੇ, ਹੁਣ ਇਹਦੇ ਖਿਲਾਫ ਸਪੀਕਰ ਦਾ ਕੀ ਐਕਸ਼ਨ ਬਣਦਾ ਹੈ ਕਿ ਸਪੀਕਰ ਇਹਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ? ਇਸ ਬੰਦੇ ਖਿਲਾਫ ਸਪੀਕਰ ਦਾ ਐਕਸ਼ਨ ਬਿਲਕੁਲ ਬਣਦਾ, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਸ ਨੂੰ ਕਿੰਨੀ ਸਜ਼ਾ ਦਿੰਦਾ, ਇਹਦੇ ਚ 4-5 ਉਹਦੇ ਚ ਹੈਗੀਆਂ ਧਾਰਾ ਜਿਹਦੇ ਚ ਸਜ਼ਾ ਦੇਣੀ ਚਾਹੀਦੀ ਹੈ, ਬਣਦੀ ਹੈ, ਸੇਰੀ ਉਹ ਸਾਰੇ ਪ੍ਰੈਸ ਚ ਆ ਰਹੀ ਹੈ, ਤੇ ਉਹ ਉਸ ਧਾਰਾ ਥੱਲੇ ਦੇਣਾ ਚਾਹੀਦਾ। ਪ੍ਰਿਵਿਲੇਜ ਕਮੇਟੀ ਨੂੰ ਇਹਦੇ ਤੇ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ। ਇਹ ਬਿਲਕੁਲ ਇਹ ਮਰਿਆਦਾ ਦੇ ਉਲਟ ਗੱਲਬਾਤ ਹੈ। ਪ੍ਰਿਵਿਲੇਜ ਕਮੇਟੀ ਕੋਲ ਜਦੋਂ ਸ਼ਿਕਾਇਤ ਜਾਏਗੀ ਉਦੋਂ ਫੈਸਲਾ ਲੈਗੀ, ਉਹ ਸੂਓ ਮੋਟੋ ਵੀ ਲੈ ਸਕਦੀ ਹੈ, ਸੂਓ ਮੋਟੋ ਵੀ ਲੈ ਸਕਦੀ ਹੈ, ਪ੍ਰਿਵਿਲੇਜ ਕਮੇਟੀ ਦਾ ਸੂਓ ਮੋਟੋ ਲੈ ਸਕਦੀ ਹੈ। ਉਹ ਤਾਂ ਉਹਦੇ ਕੋਲੇ ਸਾਰੇ ਉਸੇ ਕਿਸਮ ਦੇ ਜੁਡੀਸ਼ੀਅਲ ਅਧਿਕਾਰ ਹੈ ਪ੍ਰਿਵਿਲੇਜ ਕਮੇਟੀ ਕੋਲੇ। ਪਰ ਉਹਨੇ ਤਾਂ ਲਿਖ ਕੇ ਦੇਤਾ, ਇਹ ਕਹਿੰਦਾ ਮੈਂ ਤਾਂ ਪਹੁੰਚ ਕਰ ਲਈ, ਉਹਨੇ ਤਾਂ ਲਿਖ ਕੇ ਦੇਤਾ। ਇਹ ਗੱਲ ਇੰਨੀ ਸੌਖੀ ਨਹੀਂ ਹੈ, ਜਿਹਦੇ ਕਰਕੇ JP ਨੱਡਾ ਨੇ ਵੀ ਇਸ ਨੂੰ ਸ਼ੋਕਾਜ਼ ਨੋਟਿਸ ਦੇ ਦਿੱਤਾ। ਸ਼ੋਕਾਜ਼ ਨੋਟਿਸ ਦੀ ਲੈਂਗੁਏਜ ਇਹੀ ਹੈ ਵੀ ਤੈਨੂੰ ਪਾਰਲੀਮੈਂਟ ਚੋਂ ਤੈਨੂੰ ਕੱਢਿਆ ਜਾ, ਕਿਉਂ ਨਾ ਕੱਢਿਆ ਜਾਵੇ। ਇਹ ਲੈਂਗੁਏਜ ਵੀ ਉਹਦੀ ਇਸੇ ਕਿਸਮ ਦੀ ਹੈ। ਇਹ ਹੈ ਬੜਾ ਸੀਰੀਅਸ ਮੈਟਰ, ਜਿਸ ਤਰੀਕੇ ਨਾਲ ਬੋਲਿਆ ਕੋਈ ਉਹਨੇ ਕਸਰ ਨਹੀਂ ਛੱਡੀ। ਇਹ ਤੋਂ ਵੱਧ ਕਹਿ ਨਹੀਂ ਸਕਦਾ ਸੀ ਜੋ ਕੁਝ ਉਹਨੇ ਅੰਦਰ ਕਹਿਤਾ। ਤੇ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੈ, ਵੇਖੋ ਸਜ਼ਾ ਤਾਂ ਇਹਨਾਂ ਨੂੰ ਜ਼ਰੂਰ ਦੇਣੀ ਪਊਗੀ। ਪਾਰਲੀਮੈਂਟ ਦੀ ਪ੍ਰੋਸੀਡਿੰਗ ਦੇ ਵਿੱਚ ਇਸ ਕਿਸਮ ਦਾ ਕਰਨਾ, ਕੱਲਾ ਐਕਸਪੰਜ ਕਰ ਦੇਣਾ, ਕੱਢ ਦੇਣਾ ਵਿੱਚੋਂ ਵੀ ਅਸੀਂ ਹੁਣ ਕਾਰਵਾਈ ਚੋਂ ਕੱਢਦਾ, ਇਹਦੇ ਨਾਲ ਤਾਂ ਕੋਈ ਕੰਮ ਚੱਲਦਾ ਨਹੀਂ ਗਾ, ਕਿਉਂਕਿ ਇਹ ਕਾਰਵਾਈ ਤੋਂ ਕੱਢਣ ਤੋਂ ਬਿਨਾਂ ਹੀ ਉਸ ਮੌਕੇ ਤੇ ਮਗਰੋਂ ਕੱਢਿਆ ਗਿਆ। ਉਹ ਸਾਰੇ ਵੇਲੇ ਦੀ ਜਿਹੜੀ ਫੀਡ ਹੈ ਉਹ ਤਾਂ ਸਾਰੇ ਪਬਲਿਕ ਡੋਮੇਨ ਚ ਆ ਗਈ ਹੈ, ਲੋਕਾਂ ਚ ਆ ਗਈ, ਲੋਕਾਂ ਦੇ ਕੋਲੇ ਆ, ਚੱਲੀ ਜਾ ਰਹੀ ਹੈ। ਉਹਦਾ ਕੀ ਕਰਨਗੇ? ਤੇ ਇਸ ਕਰਕੇ ਪ੍ਰੋਸੀਡਿੰਗ ਚੋਂ ਕੱਢੇ ਤੋਂ ਇਲਾਵਾ ਪਬਲਿਕ ਡੋਮੇਨ ਚ ਆ ਗਈ ਹੈ। ਤੇ ਪਾਰਲੀਮੈਂਟ ਦੇ ਵਿੱਚ ਤੁਸੀਂ ਇਸ ਕਿਸਮ ਦੀ ਜੇ ਬਹੂਦਗੀ ਕਰੋਗੇ ਤਾਂ ਉਹ ਚੱਲ ਨਹੀਂ ਸਕਦੀ। ਮਰਿਆਦਾ ਦਾ ਇੱਕ ਹੈਗਾ, ਇਸ ਕਰਕੇ ਐਕਸ਼ਨ ਤਾਂ ਇਹਦੇ ਤੇ ਜ਼ਰੂਰ ਹੋਏਗਾ ਔਰ ਕਰਨਾ ਪਏਗਾ। ਇਸ ਦੇ ਵਿੱਚ ਕੋਈ ਐਡੀ ਸੌਖੀ ਗੱਲ ਨਹੀਂ ਹੈ ਵੀ ਨਾ ਚੱਲਿਆ ਜਾਵੇ ਸਾਰਾ ਕੁਝ। ਤੁਸੀਂ ਦੂਜੇ ਪਾਸੇ ਫਿਰ ਤੁਹਾਡੇ ਕੋਲੇ ਮੋਰਲ ਰਾਈਟ ਨਹੀਂ ਰਹਿਣਾ ਜਾਂ ਕੁਝ ਕਹਿਣ ਦਾ, ਹਮੇਸ਼ਾ ਰਹੂਗਾ
ਵੀ ਆਮ ਆਦਮੀ ਪਾਰਟੀ ਦੇ ਤੁਸੀਂ MP ਕੱਢਦੇ, ਇੱਕ ਸੈਸ਼ਨ ਲਈ ਕੱਢਤਾ, ਫਲਾਣੇ ਨੂੰ ਇਹਦੇ ਲਈ ਕੱਢਤਾ, ਇਹ ਤੁਸੀਂ ਕੱਢੀ ਜਾਂਦੇ ਹੋ, ਫਿਰ ਤਾਂ ਕਿਵੇਂ ਕੱਢੋਗੇ ਤੁਸੀਂ ਦੂਜੇ ਨੂੰ? ਇਸ ਕਰਕੇ ਐਕਸ਼ਨ ਤਾਂ ਇਹਨਾਂ ਨੂੰ ਲੈਣਾ ਪਊ। ਸਵਾਲ ਇਹ ਆ ਵੀ ਇਹਨਾਂ ਦੀ ਇੱਕ ਪੋਲਿਟਿਕਸ ਹੀ ਇਸ ਕਿਸਮ ਦੀ ਹੈ ਜਿਹੜੀ ਡਿਵਾਈਡ ਕਰਨ ਦੀ, ਕਮਿਊਨਲੀ ਫਿਰਕਾ ਪ੍ਰਸਤੀ ਲੈਵਲ ਤੇ ਡਿਵਾਈਡ ਕਰਨ ਦੀ ਸਮਾਜ ਨੂੰ, ਉਹਦਾ ਹੀ ਇਹ ਸਾਰਾ ਰਿਫਲੈਕਸ਼ਨ ਹੈ, ਉਹਦਾ ਹੀ ਇਹ ਸਾਰਾ ਪ੍ਰਤੀਬੰਧ ਹੈ, ਬਿੰਬ ਹੈ ਸਾਰਾ, ਉਸੇ ਚੋਂ ਨਿਕਲ ਰਿਹਾ ਸਾਰਾ ਕੁਝ। ਤੇ ਇਸ ਕਰਕੇ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਹੈ, ਉਸ ਪੋਲਿਟਿਕਸ ਦਾ ਇਹ ਪੂਰਾ ਰਿਫਲੈਕਸ਼ਨ ਹੈ, ਉਹਦਾ ਪ੍ਰਗਟਾਵਾ ਹੈ। ਉਸ ਪੋਲਿਟਿਕਸ ਦੀ ਹੀ ਹੁਣ ਡਿਫੀਟ ਹੈ, ਹਾਰ ਹੋ ਰਹੀ ਹੈ, ਤੇ ਆ ਬੁਰੇ ਤਰੀਕੇ ਨਾਲ ਹਾਰ ਹੋਈ ਹੈ। ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ। ਕਿੱਥੇ ਅਡਾਨੀ ਨੂੰ ਹੁਣੇ ਉਹਦਾ ਮਸਲਾ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਕੈਨੇਡਾ ਦਾ ਮਸਲਾ ਨਿਕਲਿਆ ਆ। ਤੇ ਸਾਰੇ ਮਸਲੇ ਨਾਲ ਦੀ ਨਾਲ ਹੀ ਤੁਰੇ ਆਉਂਦੇ ਆ ਸਾਰੇ, ਤੇ ਇੱਕ ਮਸਲਾ ਦੂਜੇ ਪਿੱਛੇ ਮਸਲਾ। ਹੁਣ ਮੋਦੀ ਦਾ ਤਾਂ ਜਿਹੜਾ ਥੱਲੇ ਨੂੰ ਜਾਣਾ ਗ੍ਰਾਫ ਹੈ ਉਹ ਸ਼ੁਰੂ ਹੋ ਗਿਆ, ਤੇ ਇਹਦੇ ਵਿੱਚ ਆਹ ਪਾਰਲੀਮੈਂਟ ਦੇ ਸੈਸ਼ਨ ਦਾ ਉਹਦਾ ਬੈਨੀਫਿਟ ਲੈਣਾ ਚਾਹੁੰਦੇ ਸੀ, ਉਹ ਉਹਨਾਂ ਦੇ ਉਲਟਾ ਨੁਕਸਾਨ ਹੀ ਹੋ ਗਿਆ। ਇਹ ਤਾਂ ਇਸ ਕਰਕੇ ਇਹਦੇ ਚੋਂ ਇਹਨਾਂ ਨੇ ਕੁਝ ਖੱਟਿਆ ਨਹੀਂ, ਇਹਦਾ ਆਪਣਾ ਨੁਕਸਾਨ ਕਰਾਇਆ ਪਾਰਲੀਮੈਂਟ ਦਾ, ਤੇ ਐਕਸ਼ਨ ਲੈਣਾ ਪਏਗਾ। ਦੋਨੋਂ ਗੱਲਾਂ ਹੀ ਗਲਤ ਹੋਈਆਂ। ਕੱਲਾ ਬਿੱਲ ਦੇ ਬਾਰੇ ਹੀ ਗੱਲ ਹੋ ਸਕੀ, ਕਰੀ ਵੀ ਸਪੈਸ਼ਲ ਸੈਸ਼ਨ ਕੋ ਬਿੱਲ ਲਈ ਕੀ ਕਰਨਾ ਸੀਗਾ। ਤੇ ਦੂਸਰਾ ਇਹ ਹੋ ਗਿਆ ਵੀ ਜਿਹੜਾ ਦਾਨਿਸ਼ ਅਲੀ ਵਾਲਾ ਕੇਸ ਹੈ, ਇਹ ਵੀ ਆਪਣੇ ਆਪ ਚ ਬੜੀ ਮਾੜੀ ਗੱਲ ਹੈ। ਇਸ ਕਰਕੇ ਇਹ ਸਪੈਸ਼ਲ ਸੈਸ਼ਨ ਬੀਜੇਪੀ ਦੇ ਹੀ ਉਲਟ ਪਿਆ, ਉਹਦੇ ਹੱਕ ਚ ਨਹੀਂ ਗਿਆ, ਉਹਦੇ ਵਿਰੁੱਧ ਚ ਗਿਆ। ਹਾਂਜੀ ਚਾਹਨਾ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਸੈਸ਼ਨ ਹੈ, ਇਸ ਦਾ ਜਿਹੜਾ ਰਾਜਸੀ ਪ੍ਰਭਾਵ ਉਹ ਬਣਾਉਣਾ ਚਾਹੁੰਦੇ ਸੀ, ਇਹ ਤੋਂ ਭੱਲ ਖੱਟਣਾ ਚਾਹੁੰਦੇ ਸੀ, ਉਸ ਨੂੰ ਭਾਰੀ ਸਾਟੀ ਵੱਜੀ ਹੈ। ਇੱਕ ਦੂਸਰਾ ਜਿਹੜਾ ਇਹਦੇ ਵਿੱਚ ਬਿੱਲ ਪਾਸ ਹੋਇਆ, ਵੂਮਨ ਦਾ ਰਾਖਵਾਂਕਰਨ ਜਿਹੜਾ ਹੈਗਾ ਸੀਟਾਂ ਦਾ, ਬਕਾਇਦਾ ਲੋਕ ਸਭਾ ਚ, ਵਿਧਾਨ ਸਭਾ ਚ, ਕਿਉਂਕਿ ਉਹਦਾ ਜਿਹੜਾ ਸੰਵਿਧਾਨਕ ਪ੍ਰੋਸੀਜਰ ਹੈ ਉਹ ਤਾਂ ਕਾਫੀ ਲੰਬਾ ਹੈ ਜੇ, ਕਿਉਂਕਿ 50% ਵਿਧਾਨ ਸਭਾਵਾਂ ਨੇ ਵੀ ਪਾਸ ਕਰਨਾ ਹੈ, ਫਿਰ ਜਨਗਣਨਾ ਹੋਏਗੀ, ਹਲਕਾ ਬੰਦੀ ਹੋਏਗੀ, ਉਹ ਸਾਰਾ ਹੈਗਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਹੁਣ ਇਹਦਾ ਇਸ ਸੈਸ਼ਨ ਦਾ ਨਾ ਅਸਲ ਦੇ ਵਿੱਚ ਜਿਹੜਾ ਮੇਨ ਏਜੰਡਾ ਸੀ, ਉਹ ਮਗਰ ਤਾਂ ਮੈਂ ਲੈ ਗਿਆ ਕਿਉਂਕਿ ਪਹਿਲੀ ਜਿਹੜੀ ਕਾਰਵਾਈ ਹੋਈ ਆ ਨਾ, ਉਹ ਬਹੁਤ ਹੀ ਮਾੜੀ ਸੀ, ਉਹਦੇ ਤੇ ਪਹਿਲਾਂ ਗੱਲ ਕਰਨੀ ਬੜੀ ਜ਼ਰੂਰੀ ਸੀਗੀ। ਦੂਸਰੀ ਗੱਲ ਇਹ ਆ ਕਿ ਇਹ ਜਿਹੜਾ 33% ਰਿਜ਼ਰਵੇਸ਼ਨ ਦਾ ਬਿੱਲ ਲੈ ਕੇ ਆਏ ਆ, ਇਹਦੇ 'ਚ ਕੁਛ ਵੀ ਨਵਾਂ ਨਹੀਂ, ਸਗੋਂ ਇਹਨਾਂ ਨੂੰ ਸੈਟਬੈਕ ਲੱਗੀ ਆ ਬੜੀ ਭਾਰੀ, ਜਿਹੜੀ ਬਾਅਦ 'ਚ ਗੱਲ ਕਰਦੇ ਆ। ਇਹ ਬਿੱਲ ਅੱਜ ਤੋਂ 27 ਸਾਲ ਪਹਿਲਾਂ ਪਾਰਲੀਮੈਂਟ 'ਚ ਰੱਖਿਆ ਗਿਆ ਸੀ, 27 ਸਾਲ ਪਹਿਲਾਂ, ਔਰ ਉਹ 27 ਸਾਲਾਂ ਦੇ ਦਰਮਿਆਨ ਇਹ ਕਿੰਨੀ ਵਾਰੀ ਹੀ ਪਾਰਲੀਮੈਂਟ ਦੇ ਵਿੱਚ ਆਇਆ, ਜਿਹਦੇ ਵਿੱਚ ਯੂਪੀਏ ਦੀਆਂ ਸਰਕਾਰਾਂ ਵੀ ਲੰਘੀਆਂ, ਜਿਹਦੇ 'ਚ ਵਾਜਪਾਈ ਦੀ ਸਰਕਾਰ ਵੀ ਲੰਘੀ, ਜਿਹਦੇ ਵਿੱਚ ਫੇਰ ਦੁਬਾਰਾ ਜਿਹੜੀ ਆ ਮਨਮੋਹਨ ਸਿੰਘ ਦੀ ਸਰਕਾਰ ਲੰਘੀ, ਉਸ ਤੋਂ ਬਾਅਦ ਹੁਣ ਇਹ 23 ਦੇ ਵਿੱਚ ਦੁਬਾਰਾ ਫੇਰ ਆਇਆ। ਔਰ ਇਹ ਬਿੱਲ ਰਾਜ ਸਭਾ 'ਚ ਪਹਿਲਾਂ ਪਾਸ ਹੋ ਚੁੱਕਾ ਹੈ, ਔਰ ਇਹਦੇ 'ਚ ਜਾਣੀ ਹੈਰਤ ਵਾਲੀ ਗੱਲ ਇਹ ਆ ਕਿ ਜਦੋਂ ਇੱਕ ਵਾਰੀ ਰਾਜ ਸਭਾ 'ਚ ਪਾਸ ਹੋ ਚੁੱਕਾ ਬਿੱਲ ਜਿਹੜਾ ਸਟੈਂਡ ਕਰਦਾ ਆ, ਉਹ ਨਹੀਂ ਰੱਖਿਆ ਗਿਆ, ਸਗੋਂ ਆਪਣੀ ਡਰਾਫਟਿੰਗ ਨਵੀਂ ਬਣਾ ਕੇ ਰੱਖੀ ਗਈ ਹੈ, ਜਿਸ ਕਰਕੇ ਦੁਬਾਰਾ ਫਿਰ ਉਹਨੂੰ ਪਾਸ ਕਰਾਉਣਾ ਪੈ ਗਿਆ ਰਾਜ ਸਭਾ ਦੇ ਵਿੱਚ। ਔਰ ਇਹ ਬਿੱਲ ਜਿਹੜਾ ਹੈ ਨਾ, ਮੈਂ ਤੁਹਾਨੂੰ ਥੋੜਾ ਜਿਹਾ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਦੀ ਜਾਣਕਾਰੀ 'ਚ ਵਾਧਾ ਕਰਨ ਦੇ ਲਈ ਮੈਂ ਤੁਹਾਨੂੰ ਦੱਸ ਹੀ ਦਿੰਦਾ ਕਿ 1996 ਦੇ ਵਿੱਚ ਇਹ ਬਿੱਲ ਆਇਆ। ਉਸ ਤੋਂ ਬਾਅਦ 98 ਦੇ ਵਿੱਚ ਆਇਆ, ਵਾਜਪਾਈ ਦੀ ਸਰਕਾਰ ਸੀ। ਉਸ ਤੋਂ ਬਾਅਦ ਫਿਰ NDA ਦੀ ਸਰਕਾਰ ਸੀ, 1999 ਦੇ ਵਿੱਚ ਆਇਆ, ਫਿਰ 202 ਦੇ ਵਿੱਚ ਆਇਆ, ਫਿਰ 203 ਦੇ ਵਿੱਚ ਆਇਆ, ਫਿਰ 208 ਦੇ ਵਿੱਚ UPA ਦੀ ਸਰਕਾਰ ਦੇ ਟਾਈਮ ਤੇ ਆਇਆ, ਔਰ ਫਿਰ 2010 ਦੇ ਵਿੱਚ 2010 ਦੇ ਵਿੱਚ ਆਇਆ, ਔਰ ਹੁਣ 2014 ਦਾ ਜਿਹੜਾ BJP ਦਾ ਮੈਨੀਫੈਸਟੋ ਸੀ, ਉਹਦੇ ਵਿੱਚ ਪਾਇਆ ਹੋਇਆ ਸੀ ਇਹਨਾਂ ਨੇ 2014 ਵਾਲੇ ਮੈਨੀਫੈਸਟੋ 'ਚ, ਜੇ ਤੋਂ ਪਹਿਲੀ ਵਾਰੀ ਇਹ ਹੁਣ ਸਰਕਾਰ, ਇਹ ਦੂਜੀ ਟਰਮ ਹੈ ਇਹਦੀ, ਉਦੋਂ ਵੀ ਇਹਨਾਂ ਨੇ ਪਾਇਆ ਹੋਇਆ ਸੀਗਾ ਕਿ ਅਸੀਂ 33% ਔਰਤਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਜਿਹੜਾ ਨਾ ਬਿੱਲ ਲੈ ਕੇ ਆਵਾਂਗੇ। ਸੋ ਇਹ ਇੰਨਾ ਇੱਕ ਵਾਰੀ ਵਿੱਚੋਂ ਇਹ ਸਟੈਂਡਿੰਗ ਕਮੇਟੀ ਦੇ ਕੋਲ ਵੀ ਜਾ ਚੁੱਕਾ ਹੈ, ਉਹ ਵੀ 96 ਦੀ ਗੱਲ ਹੀ ਹੈਗੀ ਆ। ਔਰ ਇਹਦੇ ਵਿੱਚ ਜਦੋਂ ਹੁਣ ਇਹ ਪਾਰਲੀਮੈਂਟ ਦੇ ਵਿੱਚ ਆਇਆ, ਇਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਕਿ ਇਹ ਇਹਨਾਂ ਦਾ ਆਪਣਾ ਤਾਂ ਹੈ ਹੀ ਨਹੀਂ, ਇਹ ਜਿਨ੍ਹਾਂ ਨੇ ਮੁੱਢਲੀ ਡਰਾਫਟਿੰਗ ਕੀਤੀ ਸੀ ਉਹ ਕਾਂਗਰਸ ਦੀ ਸਰਕਾਰ ਸੀ ਕਿਤੇ ਤੇ, ਹੁਣ ਉਹ ਕਿੱਦਾਂ ਅੜਿੱਕਾ ਪੈਂਦਾ ਰਿਹਾ, ਇਹਦੀ ਬੜੀ ਲੰਬੀ ਹੈਗੀ ਕਹਾਣੀ। ਲੇਕਿਨ ਇਹ ਆ ਕਿ ਵੀ ਇਹ
ਰਾਜ ਸਭਾ 'ਚ ਪਾਸ ਹੋਣ ਤੋਂ ਬਾਅਦ ਲੋਕ ਸਭਾ ਦੇ ਵਿੱਚ ਪਾਸ ਨਹੀਂ ਕਰਵਾਇਆ ਜਾ ਸਕਿਆ ਸੀ, ਤੇ ਹੁਣ ਜਿਹੜਾ ਇਹ ਦੁਬਾਰਾ ਲੈ ਕੇ ਆਏ। ਹੁਣ ਇਹਦੇ 'ਚ ਦੋ ਗੱਲਾਂ, ਇਹ ਸਿੱਧੂ ਸਾਹਿਬ ਨੇ ਧਿਆਨ ਦਵਾਇਆ ਉਹਦੇ ਵੱਲ। ਖੜਗੇ ਸਾਹਿਬ ਨੇ ਵੀ ਕਿਹਾ, ਜਦੋਂ ਉਹ ਬੋਲੇ ਆ ਉੱਥੇ ਰਾਜ ਸਭਾ ਦੇ ਵਿੱਚ, ਉਹਨਾਂ ਨੂੰ ਕਿਹਾ ਗਿਆ ਕਿ ਫਿਰ ਤੁਸੀਂ ਪਾਸ ਨਾ ਕਰਵਾਇਆ, ਹਨਾ। ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੋਹਾਂ ਦਾ ਇੱਕੋ ਹੀ ਜਵਾਬ ਸੀਗਾ। ਉਹ ਕਹਿੰਦਾ ਕਿ ਉਹ ਸਾਡੀ ਗਲਤੀ ਸੀ, ਸਾਡੀ ਹੁਣ ਤੁਸੀਂ ਗਲਤੀ ਨੂੰ ਸੁਧਾਰ ਦਿਓ, ਹਨਾ। ਅਸੀਂ ਤੁਹਾਡੇ ਨਾਲ ਪਿੱਛੇ ਖੜੇ ਹੈਗੇ ਆ। ਲੇਕਿਨ ਇਹਦੇ ਵਿੱਚ ਜੋ ਇਹ ਲਿਆਂਦਾ, ਇਹ ਪੂਰੀ ਤਰ੍ਹਾਂ ਇਹਨਾਂ ਦਾ ਐਕਸਪੋਜ਼ ਹੋ ਗਿਆ। ਜਾਣੀ ਲੋਕਾਂ, ਉਹਨਾਂ ਨੂੰ ਪਤਾ ਸੀ, ਬੀਜੇਪੀ ਨੂੰ, ਸਰਕਾਰ ਨੂੰ ਪਤਾ ਸੀ ਕਿ ਲੋਕ ਜਿਸ ਢੰਗ ਦੇ ਨਾਲ ਇਹ ਲੈ ਕੇ ਆਂਦਾ ਗਿਆ, ਲੋਕ ਇਹਨਾਂ ਨੇ ਫੇਰ ਸਮਝਣਗੇ ਕਿ ਜੀ ਇਹ ਜੁਮਲਾ ਆ। ਔਰ ਉਹਨੂੰ ਪਹਿਲਾਂ ਹੀ ਕਵਰ ਕਰਨ ਦੇ ਲਈ ਜਿਹੜੀ ਸਾਡੀ ਵਿੱਤ ਮੰਤਰੀ ਹੈਗੀ ਆ, ਉਹ ਕਹਿੰਦੀ ਆ ਕਿ ਜੁਮਲਾ ਨਹੀਂ ਹੈ। ਆਪੇ ਹੀ ਕਹੀ ਜਾਂਦੀ, ਹਜੇ ਕਿਸੇ ਨੇ ਕਿਹਾ ਨਹੀਂ ਕਿ ਜੁਮਲਾ ਆ, ਹੁਣ ਆਪੇ ਹੀ ਕਹਿ ਦਿੱਤਾ ਕਿ ਜੁਮਲਾ ਨਹੀਂ ਹੈ। ਜੁਮਲਾ ਇਹ ਆਪਣੇ ਆਪ ਇਸ ਕਰਕੇ ਬਣ ਜਾਂਦਾ ਆ ਕਿ ਇਹਦੇ ਲਾਗੂ ਹੋਣ ਦੇ ਚਾਂਸ ਹੀ ਕੋਈ ਨਹੀਂ। ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਆ, ਜਿਹੜੇ ਕੁਝ ਮਾਹਰਾਂ ਦੀਆਂ ਟਿੱਪਣੀਆਂ ਆਈਆਂ ਨਾ, ਲੀਗਲ ਐਕਸਪਰਟਸ ਆ ਜਿਹੜੇ, ਉਹਨਾਂ ਦੀਆਂ ਟਿੱਪਣੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਕਿਸੇ ਵੀ ਹਾਲਤ ਦੇ ਵਿੱਚ 2039 ਤੱਕ ਇਹਦੇ ਲਾਗੂ ਹੋਣ ਦਾ ਕੋਈ ਚਾਂਸ ਨਹੀਂ ਹੈ, ਕਿਉਂਕਿ ਇਹਦੇ 'ਚ ਸਟੈਪ ਆ ਜਿਹੜੇ ਪਾਰ ਕਰਨੇ ਬਹੁਤ ਜ਼ਰੂਰੀ ਆ। ਇੱਕ ਇਹ ਆ ਕਿ ਜਨਗਣਨਾ ਹੋਏਗੀ ਪਹਿਲਾਂ, ਜਾਣੀ ਬਿੱਲ ਪਾਸ ਹੋਣ, ਔਰ ਜਨਗਣਨਾ ਦੇ ਉੱਤੇ 2026 ਤੱਕ ਦੀ ਪਾਬੰਦੀ ਲਾਈ ਹੋਈ ਆ। ਉਹ ਤੋਂ ਪਹਿਲਾਂ ਜਨਗਣਨਾ ਨਹੀਂ ਹੋਣੀ, ਹਨਾ। ਔਰ ਪਹਿਲੀ ਜਨਗਣਨਾ ਇਹ ਤੋਂ ਪਹਿਲਾਂ ਜਿਹੜੀ ਹੋਈ ਸੀ ਉਹ 2011 ਦੇ ਵਿੱਚ ਹੋਈ ਸੀ, ਔਰ 2021 ਦੇ ਵਿੱਚ ਹੋਣੀ ਸੀ। ਤਾਂ ਉਹ ਪੈਂਡੈਮਿਕ ਜਿਹੜਾ ਮਹਾਮਾਰੀ ਕੋਵਿਡ ਦੀ, ਉਹਦੀ ਵਜ੍ਹਾ ਕਰਕੇ ਅੱਗੇ ਪੈ ਕੇ ਇਹ 26 ਤੇ ਜਿਹੜੀ ਪਾ ਦਿੱਤੀ ਗਈ। ਹੁਣ ਉਹ 26 ਤੋਂ ਪਹਿਲਾਂ ਹੋ ਨਹੀਂ ਸਕਦੀ। ਉਹਦੇ ਹੋਣ ਤੋਂ ਅਗਲੇ ਜਿਹੜੇ ਹੈਗੇ ਆ ਹਲਕਾ ਬੰਦੀ 5 ਸਾਲ ਹੋਰ 31 ਚਲਿਆ ਜਾਂਦਾ, ਹਨਾ। ਔਰ ਉਹ 31 ਚ ਜਾ ਕੇ ਇਹਦੀ ਜਿਹੜੀ ਨਾ ਉਹ ਜਿਹੜੀ ਉਹ ਕਾਰਵਾਈ ਸ਼ੁਰੂ ਹੋਊਗੀ। 4 ਤੋਂ 5 ਸਾਲ ਜਿਹੜੇ ਹੈਗੇ ਆ ਉਹ ਲੱਗਣਗੇ ਜਦੋਂ ਹਲਕਾ ਬੰਦੀ ਦੁਬਾਰਾ ਕੀਤੀ ਜਾਣੀ। ਜਾਣੀ ਪਹਿਲਾਂ ਤਾਂ ਜਦੋਂ ਆਪਾਂ ਦੇਖਦੇ ਹਾਂ ਕਿ ਪਾਰਲੀਮੈਂਟ ਦੀਆਂ ਸੀਟਾਂ ਵੀ ਨਾਲ, ਜਿੱਦਾਂ ਪਾਪੂਲੇਸ਼ਨ ਵਧੀ, ਸਾਡੀ ਵੋਟਰਾਂ ਦੀ ਗਿਣਤੀ ਵਧੀ, ਪਾਰਲੀਮੈਂਟ ਦੀਆਂ ਸੀਟਾਂ ਦਾ ਵਾਧਾ ਹੁੰਦਾ ਗਿਆ, ਹਨਾ। ਹੁਣ ਇੰਨੇ ਚਿਰ ਬਾਅਦ ਜਦੋਂ ਹੋਊਗੀ ਤਾਂ ਪਾਰਲੀਮੈਂਟ ਦੀਆਂ ਸੀਟਾਂ ਦੇ ਵਿੱਚ ਫਿਰ ਵਾਧਾ ਹੋਊਗਾ। ਹੁਣ ਜਦੋਂ ਜੇ ਅੱਜ ਵਾਲੀਆਂ ਹੀ ਸੀਟਾਂ ਲੈ ਲਈਆਂ ਜਾਣ, ਜਿਹੜੀਆਂ ਹੈਗੀਆਂ 543 ਦੀ ਆ, ਉਹਦੇ ਵਿੱਚੋਂ 181 ਸੀਟਾਂ ਜਿਹੜੀਆਂ ਔਰਤਾਂ ਨੂੰ ਜਾਣਗੀਆਂ ਜਦੋਂ ਉਹ ਰਿਜ਼ਰਵੇਸ਼ਨ ਹੋਏਗੀ। ਔਰ ਰਾਹੁਲ ਗਾਂਧੀ ਜੀ ਕੀ ਕਹਿੰਦੇ ਆ, ਕਹਿੰਦੇ ਸਾਡੇ ਕੋਲ ਜਨਗਣਨਾ ਪਹਿਲੀ ਹੈ ਤਾਂ ਹੈ, ਇਹਨੂੰ ਸਵੇਰ ਤੋਂ ਲਾਗੂ ਕਰੋ, ਕੱਲ ਤੋਂ ਲਾਗੂ ਕਰੋ, ਹਨਾ। ਚਾਹੇ ਉਹ ਹੋ ਸਕਦੀ, ਲੀਗਲ ਨਹੀਂ ਹੋ ਸਕਦੀ। ਜਾਣੀ ਉਹ ਇਹਨਾਂ ਨੇ ਇਹ ਪੇਸ਼ ਕਰਨ ਚ ਜੀ ਉਹਦੇ ਚ ਇੱਕ ਟੈਕਨੀਕਲ ਜਿਹੜਾ ਨੁਕਤਾ ਹੈਗਾ ਕਿ ਵਿਧਾਨ ਸਭਾਵਾਂ ਜਿਹੜੀਆਂ 50% ਉਹਨਾਂ ਨੇ ਵੀ ਤਾਂ ਪਾਸ ਕਰਨਾ ਉਹਨੂੰ। ਉਹ ਨਹੀਂ, ਉਹ ਹੈਗਾ ਕਿ ਦੋਹਾਂ ਸਦਨਾਂ ਦੇ ਵਿੱਚ 2/3 ਮੈਜੋਰਿਟੀ ਚਾਹੀਦੀ ਆ, ਉਹ ਪਾਸ ਹੋ ਗਈ। ਔਰ ਵਿਧਾਨ ਸਭਾਵਾਂ ਅੱਧੀਆਂ ਜਿਹੜੀਆਂ, ਜਦੋਂ ਸਾਰੀਆਂ ਹੀ ਪਾਰਟੀਆਂ ਸਹਿਮਤ ਆ, ਉਹਦੇ 'ਚ ਦਿੱਕਤ ਤਾਂ ਕੋਈ ਨਹੀਂ। ਭਾਵੇਂ ਇੱਕ ਦਿਨ ਦੇ ਵਿੱਚ ਹੀ ਉਹ ਅਸੈਂਬਲੀ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਨੂੰ ਬੁਲਾ ਕੇ ਪਾਸ ਕਰ ਲਈਆਂ ਜਾਣ, ਉਹਦੇ 'ਚ ਕੋਈ ਦਿੱਕਤ ਨਹੀਂ ਹੈਗੀ। ਜਾਣੀ ਉਹ ਸਟੈਪ ਹੈਗਾ ਆ, ਪਾਰ ਕਰਨਾ ਤਾਂ ਪਏਗਾ। ਲੇਕਿਨ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ 2 ਬੰਦਿਆਂ ਨੂੰ ਛੱਡ ਕੇ ਕਿਸੇ ਨੇ ਇਹਦੀ ਵਿਰੋਧਤਾ ਨਹੀਂ ਕੀਤੀ। ਔਰ ਦੂਸਰਾ ਇਹ ਹੈ ਕਿ 454 ਬੰਦੇ ਹਨ, 400 ਜੀ 454 ਉਹਨਾਂ ਨੇ ਇਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਰਾਜ ਸਭਾ ਦੇ ਵਿੱਚ ਇੱਕ ਵੀ ਵਿਰੋਧ ਚ ਨਹੀਂ ਗਿਆ, 215 ਵੋਟਾਂ ਇਹਦੇ ਹੱਕ ਚ ਪਈਆਂ। ਲੇਕਿਨ ਇਹਦੀ ਖੂਬਸੂਰਤੀ ਇਹ ਆ ਕਿ 10.5 ਘੰਟੇ ਬਹਿਸ ਹੋਈ। ਦੋਹਾਂ ਸਦਨਾਂ ਦੇ ਜੇ ਸਪੀਕਰਾਂ ਨੂੰ ਰਲਾ ਲਿਆ ਜਾਵੇ ਤਾਂ 132 ਸਪੀਕਰ ਇਹਦੇ ਤੇ ਬੋਲੇ। ਕੀ ਬੋਲੇ? ਉਹ ਸਾਰੇ ਹੱਕ ਚ ਬੋਲੇ, ਹਨਾ। ਸਾਰਿਆਂ ਨੇ ਇਹਨੂੰ ਜਲਦੀ ਕਰਨ ਦੇ ਲਈ ਕਿਹਾ, ਹਨਾ, ਇਹਨੂੰ ਹੁਣੇ ਲਾਗੂ। ਜਾਣੀ ਇਹ ਆ ਕਿ ਜੇ ਇਹ ਆਉਂਦੇ 10 ਸਾਲਾਂ ਤੱਕ ਵੀ ਇਹਨੇ ਲਾਗੂ ਨਹੀਂ ਹੋਣਾ ਤਾਂ ਇਹ ਕੀ ਤਮਾਸ਼ਾ ਹੈ, ਕੀ ਲਿਆਉਣ ਦੀ ਲੋੜ ਸੀ? ਅਗਲੀ ਵਾਰੀ ਜਿਹੜੇ ਆ ਪਾਰਲੀਮੈਂਟ ਨਵੀਂ ਬਣਦੀ ਉਹਦੇ 'ਚ ਆ ਜਾਂਦਾ, ਹਨਾ। ਸੋ ਇਸ ਕਰਕੇ ਇਹ ਜਿਹੜੀ ਆ ਨਾ ਲੋਕਾਂ ਦੇ ਉੱਤੇ ਜਿਹੜਾ ਦਾ ਪੋਜ਼ਿਟਿਵ ਪ੍ਰਭਾਵ ਪੈਣਾ ਸੀਗਾ, ਇੱਕ ਤਾਂ ਉਹ ਪੋਜ਼ਿਟਿਵ ਦੀ ਬਜਾਏ ਗਿਆ ਨੈਗੇਟਿਵ, ਕਿ ਹਟਦੇ ਨਹੀਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਨੋਂ ਜਿਹਦਾ ਕੋਈ ਮਹਿਨਾ ਨਹੀਂ ਹੈ। ਔਰ ਦੂਜਾ ਹੈ ਕਿ ਮੌਕਾ ਦਿੱਤਾ ਕਾਂਗਰਸ ਨੂੰ ਤੇ ਵਿਰੋਧੀ ਧਿਰਾਂ ਨੂੰ ਇਹ ਕਹਿਣ ਦਾ ਕਿ ਅਸੀਂ ਹੁਣੇ ਲਾਗੂ ਕਰਨਾ ਚਾਹੁੰਦੇ, ਤੁਸੀਂ ਇਹਨੂੰ ਜਾ ਕੇ ਇਹਨੂੰ ਹੋਰ 10 ਸਾਲ ਤੱਕ, ਹਨਾ। ਹੁਣ ਤਮਾਸ਼ਾ ਇਹ ਹੋਇਆ ਕਿ ਪਾਰਲੀਮੈਂਟ ਦੇ ਵਿੱਚ ਸ਼ਿਵ ਸੈਨਾ ਦੀ ਜਿਹੜੀ ਬੁਲਾਰਾ ਸੀਗੀ,
ਉਹਨੇ ਕਿਹਾ ਕਿ ਵੀ ਇਹ ਕਹਿੰਦੇ ਆ ਕਿ ਅਸੀਂ ਔਰਤਾਂ ਦੇ ਸਸ਼ਕਤੀਕਰਨ ਦਾ ਦਰਵਾਜ਼ਾ ਖੋਲ ਦਿੱਤਾ, ਪਰ ਤੁਸੀਂ ਇਹ ਦਰਵਾਜ਼ੇ ਦੇ ਅੰਦਰ 7.5 ਸਾਲਾਂ ਬਾਅਦ ਵੜ ਸਕਦੇ ਆ। ਹੁਣ ਇਹੋ ਜਿਹੇ ਜੁਮਲੇ, ਉਹ ਜੁਮਲੇ ਜਿਹੜੇ ਉਲਟੇ ਹੁਣ ਇਹਨਾਂ ਦੇ ਉੱਤੇ ਜਿਹੜੇ ਨਾ ਉਹ ਕੱਸੇ ਜਾ ਰਹੇ ਆ ਕਿ ਇਹਦੀ ਲੋੜ ਕੀ ਸੀ। ਤਾਂ ਫਿਰ ਸਪੈਸ਼ਲ ਸੈਸ਼ਨ ਬੁਲਾਇਆ ਗਿਆ, ਫਿਰ ਉਹ ਸਪੈਸ਼ਲ ਸੈਸ਼ਨ ਦਾ ਪਤਾ ਹੀ ਨਾ ਲੱਗੇ ਵੀ ਕਾਹਦੇ ਵਾਸਤੇ ਬੁਲਾਇਆ ਗਿਆ। ਹੁਣ ਜਦ ਪਤਾ ਲੱਗਾ ਵੀ ਇਹਦੇ ਵਾਸਤੇ ਬੁਲਾਇਆ ਗਿਆ ਜਿਹਦੇ ਵਾਸਤੇ ਜ਼ਰੂਰਤ ਹੀ ਨਹੀਂ ਸੀ, ਇਹ ਨਵੀਂ ਪਾਰਲੀਮੈਂਟ ਕਰ ਲੈਂਦੀ ਜੇ ਇਹਨੇ 10 ਸਾਲ ਲਾਗੂ ਹੀ ਨਹੀਂ ਹੋਣਾ, ਹਨਾ। ਸੋ ਇਸ ਕਰਕੇ ਜੋ ਵੀ ਇਹ ਇਸ ਪਾਰਲੀਮੈਂਟ ਦੇ ਵਿੱਚ ਜਿਹੜੀ ਜੋ ਇਹ ਕੱਢਣਾ ਚਾਹੁੰਦੇ ਸੀ ਕਿ ਸ਼ਾਇਦ ਔਰਤਾਂ ਨੂੰ ਅਸੀਂ ਆਪਣੇ ਵੱਲ ਲਿਜਾਣ ਦੇ ਲਈ ਕਾਮਯਾਬ ਹੋ ਜਾਵਾਂਗੇ, ਉਹ ਪਤਾ ਲੱਗ ਗਿਆ ਔਰਤਾਂ ਨੂੰ, ਜਿਹੜਾ ਪਹਿਲਾਂ ਪਤਾ ਨਹੀਂ ਸੀ ਲੱਗਣਾ ਕਿ ਐਵੇਂ ਇਹ ਕੀਤਾ ਆ। 10 ਸਾਲ ਤਾਂ ਸਾਨੂੰ, ਜੇ ਸਾਨੂੰ ਮਿਲ ਵੀ ਗਿਆ ਤਾਂ 10 ਸਾਲਾਂ ਤੋਂ ਬਾਅਦ ਜੇ ਜਾ ਕੇ ਮਿਲਿਆ ਤਾਂ ਫਿਰ ਉਹਦਾ ਕੀ ਫਾਇਦਾ, ਹਨਾ। ਨਾਲ ਹੁਣ ਇਹਦੇ ਚ ਜਿਹੜੀ ਘੁੰਡੀ ਆ ਨਾ, ਇਹਨੂੰ ਸਾ ਹੋਏ ਆ ਜੀ ਜੀ ਕਿ ਜਿਹੜਾ ਹੁਣ ਉਠਾਇਆ ਗਿਆ ਕਿ OBC ਦੀਆਂ, ਦੂਸਰਾ ਵੀ ਨਾਲ ਜੋੜਦੇ ਉਦਾਂ ਹੋ ਕੇ OBC ਨੂੰ ਫਰੰਟ ਤੇ ਕਿਉਂ ਰੱਖਦੇ ਆ? OBC ਨੂੰ ਫਰੰਟ ਤੇ ਇਸ ਕਰਕੇ ਰੱਖਦੇ ਆ ਕਿ ਮੋਦੀ ਸਾਹਿਬ ਨੇ ਆਪਣੇ ਆਪ ਨੂੰ OBC ਦਾ ਪ੍ਰਤੀਨਿਧ ਕਹਿ ਕੇ ਆਪਣੇ ਆਪ ਨੂੰ ਪੇਸ਼ ਕਰਦਾ ਰਹੇ, ਦੋਵੇਂ ਟਰਮਾਂ ਪੇਸ਼ ਕੀਤੀਆਂ ਗਈਆਂ। ਹੁਣ ਜਦੋਂ ਉਹ ਪੁੱਛਦੇ ਆ ਰਾਹੁਲ ਗਾਂਧੀ ਜੀ ਕਿ ਜਿਹੜੇ ਸਾਡੇ IAS ਆਫੀਸਰ ਨੇ, ਆਪਣੇ ਜਿਹੜੇ ਸੈਕਟਰੀ ਨੇ, ਉਹਨਾਂ ਦੀ 90 ਦੀ ਗਿਣਤੀ ਆ, OBC ਹੈਗੇ ਉਹਦੇ ਚ 3। ਇਹ ਕੀ ਤਮਾਸ਼ਾ ਆ? ਉਹਨਾਂ ਦੀ ਪਾਪੂਲੇਸ਼ਨ ਕਿੰਨੀ ਆ ਜਾਂ ਉਹਨਾਂ ਦੀ ਪਰਸੈਂਟੇਜ ਕਿੰਨੀ ਆ? ਔਰ ਉਹ ਮੂੰਹੋਂ ਤਾਂ ਨਹੀਂ ਬੋਲੇ, ਮੇਰਾ ਖਿਆਲ ਹੈ ਕਿ ਉਹ ਸ਼ਾਇਦ 40-43% ਤੇ ਚਲੀ ਜਾਂਦੀ ਹੈ ਜੇ ਉਹ ਗਿਣਤੀ ਕਰ ਲਈ ਜਾਵੇ। OBC ਦੀ ਪਾਪੂਲੇਸ਼ਨ ਜਿਹੜੀ ਟੋਟਲ ਮਿਲਾ ਕੇ ਜੇ ਬਣਾਓ ਐਵਰੇਜ, 40 ਤੋਂ ਅਬਵ ਜਾਂਦੀ ਆ। 40 ਤੋਂ 40% ਆਬਾਦੀ, 3% ਉਹਨਾਂ ਦਾ ਹਿੱਸਾ। ਉਹ ਕਹਿੰਦਾ ਉਹਨਾਂ ਦਾ 5% ਵੀ ਨਹੀਂ ਹੈਗਾ, ਹਨਾ। ਸੋ ਇਸ ਕਰਕੇ ਉਹ ਕਹਿੰਦੇ ਨਹੀਂ ਪਾਰਲੀਮੈਂਟ ਦੇ ਵਿੱਚ ਬਹੁਤ ਆ। ਉਹਨਾਂ ਨੇ ਪਾਰਲੀਮੈਂਟ ਦੀ ਵੀ ਵਿਆਖਿਆ ਦੇ ਵਿੱਚ ਜਿਹੜਾ ਬਹੁਤ ਖੂਬਸੂਰਤ ਜਾਨੀ ਐਕਸਪਲੇਨੇਸ਼ਨ ਦਿੱਤੀ ਹੈ ਉਹਦੀ। ਉਹ ਕਹਿੰਦਾ ਕੋਈ MP ਦੱਸੇ ਕਿ ਉਹ ਇੰਪਲੀਮੈਂਟੇਸ਼ਨ ਦੇ ਵਿੱਚ ਜਾਂ ਪਾਲਿਸੀਆਂ ਬਣਾਉਣ ਦੇ ਵਿੱਚ ਜਾਂ ਪਾਲਿਸੀ ਜਿਹੜੀ ਆ ਉਹਨੂੰ ਲਾਗੂ ਕਰਨ ਦੇ ਵਿੱਚ ਆਪੋਜੀਸ਼ਨ ਤਾਂ ਛੱਡੋ, ਜਿਨ੍ਹਾਂ ਦਾ ਆਪਣਾ ਹਿੱਸਾ ਹੁੰਦਾ ਆ, ਲੇਕਿਨ ਰੂਲਿੰਗ ਪਾਰਟੀ ਦੇ ਵੀ ਕਿਸੇ MP ਦਾ ਕੋਈ ਹਿੱਸਾ ਹੈ ਉਹਦੇ 'ਚ, ਕੋਈ ਪਾਰਟਿਸਿਪੇਸ਼ਨ ਹੈ ਉਹਦੇ 'ਚ? ਜਿੰਨੇ ਪਰਸਨ ਮਰਜ਼ੀ ਤੁਸੀਂ ਲੈ ਆਓ, ਜਦੋਂ ਉਹਨਾਂ ਨੂੰ ਰਾਈਟ ਹੀ ਕੋਈ ਨਹੀਂ, ਜਦੋਂ ਉਹ ਆਪਣੇ ਰਾਈਟ ਐਕਸਰਸਾਈਜ਼ ਹੀ ਨਹੀਂ ਕਰ ਸਕਦੇ, ਉਹਦਾ ਕੋਈ ਮਾਇਨਾ ਹੀ ਨਹੀਂ ਨਿਕਲਦਾ। ਐਕਸਰਸਾਈਜ਼ ਕੌਣ ਕਰਦਾ? ਮਸ਼ੀਨਰੀ ਕਰਦੀ ਹੈ, ਹਨਾ। ਔਰ ਇਸ ਕਰਕੇ ਉਹ ਮਸ਼ੀਨਰੀ ਹੈ ਜਿਹੜੀ, ਉਹਦੀ ਹਾਲਤ ਜਿਹੜੀ ਨਾ, ਉਹ ਉਹਨਾਂ ਨੇ ਇਸ ਤਰ੍ਹਾਂ ਬਿਆਨ ਕੀਤਾ। ਹੁਣ ਇਹ ਆ ਕਿ ਜਿਹੜੀ ਰਿਜ਼ਰਵੇਸ਼ਨ ਹੋਏਗੀ ਉਹਦਾ ਨਿਸ਼ਚਿਤ ਕਰਨਾ ਪਏਗਾ ਕਿ ਜੇ 33% ਔਰਤਾਂ ਦੀ ਰਿਜ਼ਰਵੇਸ਼ਨ ਹੈ ਤਾਂ ਉਹਦੇ ਵਿੱਚ OBC ਦੀਆਂ ਔਰਤਾਂ ਦੀ ਰਿਜ਼ਰਵੇਸ਼ਨ ਕਿੱਦਾਂ ਕਰਨਗੇ, SC ਦੀਆਂ ਔਰਤਾਂ ਦੀ ਰਿਜ਼ਰਵੇਸ਼ਨ ਕਿੱਦਾਂ ਕਰਨਗੇ, ਔਰ ਇਸੇ ਤਰ੍ਹਾਂ ਜਿਹੜੇ ਆ ST ਦੇ ਜਿਹੜੇ ਹੈਗੇ ਆ ਉਹ ਉਹਨਾਂ ਦੀ ਰਿਜ਼ਰਵੇਸ਼ਨ ਜਿਹੜੀ ਨਾ ਉਹ ਕਿਸ ਤਰ੍ਹਾਂ ਕਰਨਗੇ। ਸੋ ਇਸ ਤਰ੍ਹਾਂ ਇਹ ਇੱਕ ਜਿਹੜੀ ਬਈ ਇਹ ਹੈ ਕਿ ਇਹ ਨਹੀਂ ਕਿ ਇਨ ਮਾਸ ਇਹ ਔਰਤਾਂ ਦੀ ਰਿਜ਼ਰਵੇਸ਼ਨ ਹੋ ਗਈ, ਉਹਦੇ ਵਿੱਚ OBC ਔਰਤਾਂ ਦਾ ਕਿੰਨਾ ਪਰਸੈਂਟ ਹੋਏਗਾ, SC ਔਰਤਾਂ ਦਾ ਕਿੰਨੇ ਪਰਸੈਂਟ ਹੋਏਗਾ, ਔਰ ਇਹ ਸਾਰਾ ਜਿਹੜਾ ਨਾ ਉਹ ਕਲੀਅਰ ਕਰਨਾ ਪੈਣਾ। ਕੁਝ ਵੀ ਗੱਲ ਨੂੰ ਕਲੀਅਰ ਨਹੀਂ ਉਹ ਕਰ ਸਕੇ। ਹੁਣ ਇਹ ਆ ਕਿ ਕਿੰਨੇ ਉਹ ਕਿਹਾ ਬਈ ਟੇਬਲ ਤੇ ਰੱਖੋ, ਦੱਸੋ OBC ਕਿੰਨੇ ਆ, ਉਹਨਾਂ ਦੀ ਪਰਸੈਂਟੇਜ ਕਿੰਨੀ ਬਣੂਗੀ, SC ਕਿੰਨੇ, ਉਹਦੇ ਕਿੰਨੇ ਪਰਸੈਂਟ ਬਣੂਗੀ, ਉਹ ਤੁਹਾਡੇ ਕੋਲ ਹੈ ਹੀ ਨਹੀਂ, ਹਨਾ। ਹਵਾ 'ਚ ਗੱਲਾਂ ਕੀਤੀਆਂ ਜਾ ਰਹੀਆਂ। ਤੇ ਇਸ ਕਰਕੇ ਇਹ ਮੌਕਾ ਉਲਟਾ ਉਹਨਾਂ ਨੇ ਇਹ ਸਸਪੈਂਸ ਦੇ ਵਿੱਚ ਪਾਰਲੀਮੈਂਟ ਬੁਲਾ ਕੇ ਉਲਟਾ ਮੌਕਾ ਜਿਹੜਾ INDIA ਨੂੰ ਦਿੱਤਾ, ਇੰਡੀਆ ਨੂੰ, ਜਿਹਨੂੰ ਆਪਾਂ ਆਪੋਜੀਸ਼ਨ ਕਹਿੰਦੇ ਆ, ਉਹਨਾਂ ਨੂੰ ਮੌਕਾ ਦਿੱਤਾ ਔਰ ਉਹਨਾਂ ਨੇ ਇਹਦਾ ਭਰਪੂਰ ਫਾਇਦਾ ਉਠਾਇਆ ਔਰ ਆਪਣਾ ਇਮੇਜ ਬਣਾ ਲਿਆ ਸਾਰੇ ਦੇਸ਼ ਦੇ ਵਿੱਚ ਕਿ ਅਸਲ ਦੇ ਵਿੱਚ ਉਹ ਸੀਰੀਅਸ ਹੈਗੇ ਆ, ਇਹ ਲਟਕਾਉਣ ਵਾਲੇ ਆ ਬੰਦੇ। ਜੀ 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 ਸਿਰ ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਹੈ ਕਿ ਇਹ ਲਟਕਾਉਣ ਵਾਲੇ ਆ ਬੰਦੇ, ਔਰ ਜਿਸ ਤਰ੍ਹਾਂ ਉਹਨਾਂ ਨੇ ਸਾਰਾ ਜਿਹੜਾ ਔਰਤਾਂ ਦੇ ਲਈ ਰਾਖਵਾਂ ਕਰਨ ਦੇ ਬਿੱਲ ਦੀ ਗੱਲ ਕੀਤੀ ਹੈ, ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਸੈਸ਼ਨ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਇਸ ਗੱਲ ਦੀ ਵੀ ਬੜੀ ਚਰਚਾ ਸੀਗੀ ਕਿ ਚੋਣਾਂ ਨਾਲ ਸੰਬੰਧਿਤ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਤਬਦੀਲੀਆਂ ਕਰਨ ਦੇ ਲਈ, ਇਲੈਕਸ਼ਨ ਕਮਿਸ਼ਨ ਦਾ ਜਿਹੜਾ ਸਾਰਾ ਸਟ੍ਰਕਚਰ ਸੀਗਾ, ਉਹ ਸਟਰਕਚਰ ਸੀ, ਉਹਨੂੰ ਬਦਲਣ ਦੇ ਲਈ ਵੀ ਬਿੱਲ ਲਿਆਉਣ ਦੇ ਬੜੇ ਚਰਚੇ ਸੀਗੇ। ਤੇ ਪਹਿਲਾਂ ਜਿਹੜੀ ਪਾਰਲੀਮੈਂਟ ਦੀ ਵੈਬਸਾਈਟ ਹੈ ਉਹਦੇ ਵਿੱਚ ਵੀ ਉਹ ਦਰਜ ਸੀਗਾ ਕਿ ਇਹ ਵੀ ਆਏਗਾ, ਪਰ ਅਖੀਰ ਤੇ ਹੁਣ ਉਹ ਬਿੱਲ ਨਹੀਂ ਆਇਆ।
ਉਹ ਖਾਸ ਕਰਕੇ ਜਦੋਂ ਜਿਹੜੇ 10 ਜਿਹੜੇ ਪਹਿਲੇ 8 9 ਜਾਂ 10 ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸੀ, ਉਹਨਾਂ ਨੇ ਚਿੱਠੀ ਲਿਖੀ ਬਕਾਇਦਾ ਕਿ ਜੋ ਕੁਝ ਤੁਸੀਂ ਕਰ ਰਹੇ ਹੋ, ਇਹ ਇਹਦਾ ਰੁਤਬਾ ਵੀ ਘਟਾ ਰਹੇ ਹੋ, ਇਹਦੀਆਂ ਤਾਕਤਾਂ ਵੀ ਘਟਾ ਰਹੇ ਹੋ, ਇਹ ਸਾਰਾ ਕੁਝ। ਤਾਂ ਉਸ ਤੋਂ ਬਾਅਦ ਉਹ ਬਿੱਲ ਵੀ ਰੁਕ ਗਿਆ, ਉਹਨੂੰ ਲਿਆਂਦਾ ਨਹੀਂ ਗਿਆ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਤਾਂ ਔਰਤਾਂ ਦਾ ਜਿਹੜੇ ਬਿੱਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਔਰ ਦੂਸਰਾ ਜਿਹੜਾ ਚੋਣਾਂ ਬਾਰੇ ਬਿੱਲ ਆਉਣਾ ਸੀਗਾ ਇਲੈਕਸ਼ਨ ਕਮਿਸ਼ਨ ਬਾਰੇ, ਉਹ ਰੁਕਣ ਦੇ ਕੀ ਅਸਰ ਪੈਣਗੇ? ਦੇਖੋ, ਪਹਿਲੀ ਗੱਲ ਤਾਂ ਇਹ, ਪਹਿਲਾਂ ਜਿਹੜਾ ਚਾਣਾ ਜੀ ਨੇ ਡਿਟੇਲ ਕੀਤੀ ਹੈ, ਇਸੇ ਗੱਲ ਦਾ ਆਪਾਂ ਮੁਕਾ ਲਈਏ। ਜੁਮਲੇ ਬਹੁਤ ਹੋਏ, ਜੁਮਲੇ ਵੀ ਬੜੇ ਸੋਹਣੇ ਜੁਮਲੇ ਆਏ ਸਾਰੀ ਗੱਲ ਤੇ। ਜੁਮਲਾ ਇੱਕ ਤਾਂ ਇਹਨਾਂ ਨੇ ਦੱਸਤਾ ਵੀ ਉਹ ਦਰਵਾਜ਼ਾ ਖੋਲ ਕੇ 7.5 ਸਾਲ ਬਾਅਦ ਤੁਸੀਂ ਅੰਦਰ ਜਾ ਸਕਦੇ ਹੋ। ਇੱਕ ਹੋਰ ਵੀ ਜੁਮਲਾ ਆਇਆ ਸੀਗਾ, ਉਹਦੇ ਚ ਇਹ ਸੀ ਵੀ ਲੜਕੀ ਹੈਗੀ 2 ਸਾਲ ਦੀ ਤੇ ਬਰਾਤ ਲੈ ਕੇ ਆ ਗਏ ਹੋ। ਤੇ ਹੁਣ ਕਹਿੰਦੇ ਬਰਾਤ ਆਈ ਖੜੀ ਆ, ਉਹ ਕਹਿੰਦੇ ਬਰਾਤ ਵਾਲੇ ਇੱਥੇ ਹੀ ਰਹੋ ਤੁਸੀਂ, ਜਦੋਂ ਲੜਕੀ ਬਾਲਗ ਹੋ ਗਈ ਉਦੋਂ ਲੈ ਜਾਣਾ। ਲੜਕੀ ਇਹ ਜੁਮਲਾ ਵੀ ਬੜਾ ਚੱਲਿਆ, ਜਦੋਂ ਲੜਕੀ ਬਾਲਗ ਹੋ ਗਈ ਹੁਣ ਇੱਥੇ 10-12 ਸਾਲ ਰਹੋ, 18 ਸਾਲ ਦੇ ਨੇੜੇ ਤੇ ਜਦੋਂ ਬਾਲਗ ਹੋ ਗਈ ਲੜਕੀ ਲੈ ਜਾਣਾ। ਇਹ ਸਾਰਾ ਜੁਮਲਾ ਵੀ ਹੋਇਆ, ਬੜੇ ਜੁਮਲੇ ਲਿਖਾਏ ਸਾਰੇ ਕੀਤੇ। ਤੇ ਸਭ ਤੋਂ ਜ਼ਿਆਦਾ ਇੱਕ ਵੱਡੀ ਗੱਲ ਜਿਹੜੀ ਇਹਦੇ ਚ ਕੈਚ ਹੈ, ਕੈਚ ਇਹ ਹੈ ਜਿਹੜੀ ਸਭ ਤੋਂ ਜ਼ਿਆਦਾ ਅੜਿੱਕਾ ਹੈ, ਜੇ ਬਾਕੀ ਤਾਂ ਸਾਰੇ ਦੱਸਤੇ, ਉਹ ਅੜਿੱਕੇ ਹੈ ਵੀ ਜਦੋਂ ਕਿਤੇ ਕੋਈ ਆਪੋਜੀਸ਼ਨ ਵਾਲਾ ਬੋਲਿਆ ਕਰੇ, ਇੱਕ ਰਹਿ ਗਿਆ ਸੀ ਹੋਰ ਜੁਮਲਾ, ਆਪੋਜੀਸ਼ਨ ਵਾਲਾ ਬੋਲਿਆ ਕਰੇ ਤੇ ਆਏ ਬੀਜੇਪੀ ਵਾਲੇ ਰੌਲਾ ਪਿਆ ਕਰਨ, ਉਹ ਕਹਿ ਕੇ ਚੁੱਪ ਕਰ ਜਾਓ, ਅਸੀਂ ਤਾਂ ਮੋਦੀ ਦੀ ਗੱਲ ਕਰਦੇ ਹਾਂ, ਅਸੀਂ ਪ੍ਰਾਈਮ ਮਿਨਿਸਟਰ ਦੇ OBC ਦੀ ਇਹਨਾਂ ਦੀ ਗੱਲ ਕਰਦੇ ਹਾਂ, ਤੁਸੀਂ ਇਹਨਾਂ ਤੇ ਇਹਨਾਂ ਦੇ ਹੱਕ ਦੀ ਗੱਲ ਕਰਦੇ ਆ, ਤੁਸੀਂ ਕਿਉਂ ਰੋਕਦੇ ਹੋ ਸਾਨੂੰ? ਇਹ ਜੁਮਲਾ ਵੀ ਬੜਾ ਚੱਲਿਆ ਤੇ OBC ਵਾਲਾ ਵੀ ਬਹੁਤ ਜ਼ਿਆਦਾ। ਤੇ ਦੂਸਰੀ ਗੱਲ, ਇਹ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਜਿਹੜੀ ਚੱਲ ਰਹੀ ਹੈ, ਜਿਹੜੀਆਂ ਸਾਊਥ ਦੀਆਂ ਚਾਰੇ ਸਟੇਟਸ ਸੂਬੇ ਆ ਚਾਰੇ, ਉਹਨਾਂ ਨੇ ਫੈਮਿਲੀ ਪਲੈਨਿੰਗ ਬੜੇ ਸੋਹਣੇ ਤਰੀਕੇ ਨਾਲ ਅਡਾਪਟ ਕੀਤੀ। ਉਹਨਾਂ ਦੀ ਸਾਰਿਆਂ ਦੀ ਪਾਪੂਲੇਸ਼ਨ ਗਈ ਆ ਘਟ, ਉਸ ਤੇ ਇੱਧਰ ਯੂਪੀ ਬਿਹਾਰ ਦੇ ਵਿੱਚ ਕੋਈ ਪਾਪੂਲੇਸ਼ਨ ਦਾ ਕੰਟਰੋਲ ਹੋਇਆ ਹੀ ਨਹੀਂ, ਜਿਹਨੂੰ ਬਿਮਾਰੂ ਸਟੇਟ ਕਹਿੰਦੇ ਖਾਸ ਕਰਕੇ। ਉਹ ਮੈਨੂੰ ਇਹ ਕਿਸੇ ਨੇ ਦੱਸਿਆ ਵੀ ਜੇ 2 ਸਟੇਟਾਂ ਦਾ ਹੀ ਜੇ ਹੁਣ ਦੁਆਰਾ ਡੀਲਿਮਿਟੇਸ਼ਨ ਹੁੰਦੀ ਹੈ, ਦੁਆਰਾ ਜਿਹੜੇ ਆਪਣੇ ਹਲਕਾਬੰਦੀ ਹੁੰਦੀ ਹੈ ਤਾਂ ਯੂਪੀ ਬਿਹਾਰ ਦੇ ਵਿੱਚੋਂ ਹੀ 220 ਸੀਟਾਂ ਹੋ ਜਾਂਦੀਆਂ, ਤੇ ਉਹ ਚਾਰੇ ਜਿਹੜੀਆਂ ਸਟੇਟਸ ਹੈਗੇ ਜਿਹੜੀਆਂ ਸਾਊਥ ਵਾਲੀਆਂ, ਉਹ ਸਾਰਿਆਂ ਨੇ 163 ਰਹਿ ਜਾਂਦੀਆਂ, 165 ਰਹਿ ਜਾਂਦੀਆਂ। ਉਹਨਾਂ ਨੇ 165, ਇਹਨਾਂ 2 ਸਟੇਟਾਂ ਦੀਆਂ ਇੰਨੀਆਂ ਹੋ ਜਾਂਦੀਆਂ, ਇੰਨੀ ਆਬਾਦੀ ਵੱਧ ਗਈ ਹੈ ਇੱਥੇ। ਤੇ ਇਸ ਕਰਕੇ ਇਹ ਹਲਕਾਬੰਦੀ ਜਿਹੜੀ ਦੁਆਰਾ ਹੋਣੀ ਹੈ, ਇਹਦੇ ਵਿੱਚ ਆਪੋਜੀਸ਼ਨ ਬਹੁਤ ਜ਼ੋਰ ਨਾਲ ਉੱਥੇ ਸਾਊਥ ਵਾਲੇ ਹੋਣ ਨਹੀਂ ਦੇਣਗੇ, ਜਾਂ ਉਹ ਪੂਰੇ ਤਿਆਰ ਖੜੇ ਆ ਵੀ ਤਰੀਕਾ ਕੋਈ ਹੋਰ ਕਰੋ। ਅੱਗੇ ਮਾਰਜੀਨਲ ਪਾਪੂਲੇਸ਼ਨ ਲੈਵਲ ਤੇ ਤੁਸੀਂ ਹਲਕਾਬੰਦੀ ਕਰਦੇ ਸੀਗੇ, ਤੇ ਉਹ ਨਹੀਂ ਚੱਲੇਗੀ। ਇਹ ਵੱਡਾ ਜਿਹੜਾ ਤਵਾਜ਼ਨ ਹਿੱਲ ਗਿਆ ਪਾਪੂਲੇਸ਼ਨ ਦਾ, ਪੰਜਾਬ 'ਚ ਵੀ ਹਿੱਲਿਆ ਵਾ। 13 ਸੀਟਾਂ ਤੋਂ ਵਧਣਗੀਆਂ ਨਹੀਂ ਪੰਜਾਬ 'ਚ ਵੀ, ਜਿਹੜੀ ਖਾਸ ਕਰਕੇ ਬਹੁਤੇ ਤਬਕੇ 'ਚ ਉੱਪਰਲਿਆਂ 'ਚ ਤਾਂ ਸਭ ਤੋਂ ਫੈਮਿਲੀ ਪਲੈਨਿੰਗ ਬਹੁਤ ਜ਼ਿਆਦਾ ਅਡਾਪਟ ਕੀਤੀ ਵੀ ਹੈ, ਹਰਿਆਣਾ ਤੋਂ ਵੀ ਜ਼ਿਆਦਾ ਹੈ। ਤੇ ਇਸ ਕਰਕੇ ਫਿਰ ਇਹ ਸਾਰੇ ਮਸਲੇ ਬਹੁਤ ਜ਼ਿਆਦਾ ਵੱਡੇ ਖੜੇ ਹੋ ਰਹੇ ਆ, ਤੇ ਜਿਹਦਾ ਫਾਇਦਾ ਹਲਕਾਬੰਦੀ ਦਾ ਸਾਰਾ ਯੂਪੀ ਬਿਹਾਰ ਉਸੇ ਏਰੀਏ ਨੂੰ ਜਾਣਾ, ਹਿੰਦੀ ਸਟੇਟਸ ਜਿਹਨੂੰ ਕਹਿੰਦੇ ਆ, ਹਿੰਦੀ ਹਿੰਟਰਲੈਂਡ ਜਾਂ ਕਾਓ ਬੈਲਟ ਹੈ, ਉੱਥੇ ਜਾਣਾ ਫਾਇਦਾ ਸਾਰਾ। ਤੇ ਇਸ ਕਰਕੇ ਇਹ ਵੀ ਬੜਾ ਪ੍ਰੋਬਲਮ ਆ ਰਹੀ। ਹੁਣ ਜਿਹੜਾ ਤੁਸੀਂ ਕਿਹਾ ਤੀਸਰਾ ਵੀ ਉਹ ਜਿਹੜੇ 10 ਸੀਗੇ ਐਕਸ ਇਲੈਕਸ਼ਨ ਕਮਿਸ਼ਨ ਸੀ, ਉਹਨਾਂ ਨੇ ਬੜਾ ਜ਼ੋਰ ਸ਼ੋਰ ਨਾਲ ਲਿਖ ਕੇ ਦਿੱਤਾ ਵੀ ਪਾਵਰ ਵੀ ਘਟਾ ਰਹੇ ਹੋ। ਜੇ ਤੁਸੀਂ ਫਰਜ਼ ਕੀਤਾ ਇਸ ਨੂੰ ਕੈਬਨਿਟ ਮਿਨਿਸਟਰ ਦੇ ਬਰਾਬਰ ਦਾ, ਕੈਬਨਿਟ ਸੈਕਟਰੀ ਦੇ ਬਰਾਬਰ ਦਾ ਦਰਜਾ ਦਿੰਦੇ ਹੋ, ਤਾਂ ਐਕਸ਼ਨ ਕਿਵੇਂ ਲੈ ਸਕਦਾ? ਫਿਰ ਇਹ ਛੋਟਾ ਹੋ ਜਾਂਦਾ ਸਾਰਾ। ਤੇ ਇਸ ਕਰਕੇ ਇਸ ਦੀ ਸਾਰੀਆਂ ਪਾਵਰਾਂ ਤੁਸੀਂ ਘਟਾ ਰਹੇ ਹੋ, ਤੇ ਤੁਸੀਂ ਬਿਲਕੁਲ ਐ ਕਰੋ, ਉਸ ਮਜਬੂਰੀ 'ਚ ਫਸ ਗਏ ਇਹ ਸਾਰਾ ਕੁਝ। ਇਸ ਕਰਕੇ ਇਹਨਾਂ ਦਾ ਸੈਸ਼ਨ ਬਹੁਤ ਫਲॉप ਹੋਇਆ। ਇਹਨਾਂ ਨੂੰ ਇਹ ਵੀ ਸਖਤ ਪਾਵਰਾਂ ਘਟਾ ਦੇਣਗੇ, ਵਧਾਉਣਾ ਚਾਹੁੰਦੇ ਸੀਗੇ, ਤੇ ਇਸ ਕਰਕੇ ਇਹਨਾਂ ਨੇ ਕੋਈ ਹੋਮਵਰਕ ਨਹੀਂ ਕੀਤਾ, ਕੋਈ ਸਟੱਡੀ ਨਹੀਂ ਕੀਤੀ ਸੀ। ਪੋਲਿਟਿਕਸ ਵਿੱਚ ਹਿੱਟ ਐਂਡ ਟ੍ਰਾਇਲ ਦੇ ਤਰੀਕੇ ਵਰਤ ਰਹੇ ਸੀਗੇ ਸਾਰੇ। ਆ ਕੈਨੇਡਾ ਵਾਲਾ ਚੱਕਰ 'ਚ ਵੀ ਹਿੱਟ ਐਂਡ ਟ੍ਰਾਇਲ 'ਚ ਹੀ ਫਸੇ ਆ ਸਾਰੇ। ਪੁਰਾਣੀ ਤਰੀਕਾ ਜਿਹੜਾ ਪ੍ਰਾਪੇਗੰਡੇ ਦਾ ਉਹ ਲੈਣਾ ਚਾਹੁੰਦੇ ਸੀ, ਉਹ ਪ੍ਰਾਪੇਗੰਡੇ ਦਾ ਤਰੀਕਾ ਇਹ ਲੈ ਰਹੇ ਸੀ, ਉਹਦਾ ਮਾਈਲੇਜ ਲੈਣਾ ਚਾਹੁੰਦੇ, ਫਾਇਦਾ ਲੈਣਾ ਚਾਹੁੰਦੇ ਸੀ। ਉਹ ਹੁਣ ਕਿੰਨਾ ਕੁ ਚੱਲਦਾ, ਕਿੰਨਾ ਕੁ ਨਹੀਂ ਚੱਲਦਾ। ਤੇ ਇਸ ਕਰਕੇ ਇਹ ਨਹੀਂ ਚੱਲਦਾ। ਇੱਥੇ ਸਾਰੇ ਸੈਸ਼ਨ ਦੇ ਵਿੱਚ ਬੜੇ ਬੁਰੀ ਤਰੀਕੇ ਨਾਲ ਫੇਲ ਹੋਇਆ ਦੋਨੋਂ ਸਾਈਡਾਂ ਤੇ। ਲੋਕਾਂ ਨੇ ਇਹਨਾਂ ਨੂੰ ਧਿਆਨ 'ਚ ਲਿਆਤਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਹੋ ਬਿੱਲ ਇਲੈਕਸ਼ਨ ਕਮਿਸ਼ਨ 'ਚ ਚੇਂਜਸ ਕਰਨੀਆਂ ਸੀ, ਉਹ ਵੀ ਨਹੀਂ ਕਰ ਪਾਏ।
ਕੁਝ ਨਹੀਂ ਕਰ ਪਏ। ਪਹਿਲੇ 'ਚ ਤਾਂ ਇਹਨਾਂ ਦੀ ਉਲਟੀ ਪੈ ਗਿਆ ਵਿਮਨ ਰਿਜ਼ਰਵੇਸ਼ਨ ਬਿੱਲ ਤਾਂ, ਤੇ ਇਸ ਕਰਕੇ ਦੂਜੇ ਤੇ ਚੁੱਪ ਕਰਨਾ ਹੀ ਬੈਟਰ ਸਮਝਿਆ। ਇਸੇ ਕਰਕੇ 5 ਦਿਨ ਦਾ ਸੈਸ਼ਨ 4 ਦਿਨਾਂ 'ਚ ਖਤਮ ਕਰਤਾ। ਤੇ ਹੁਣ ਮੋਟੇ ਲੈਵਲ ਤੇ ਅਸੀਂ ਕਹਿ ਸਕਦੇ ਆ ਵੀ ਹੁਣ ਮੋਦੀ ਦੀ ਜਿਹੜੇ ਵੀ ਸਾਰੇ ਇਹ ਜਿਹੇ ਟੈਕਟਿਕਸ ਸੀ ਉਹ ਬੁਰੀ ਤਰੀਕੇ ਨਾਲ ਫੇਲ ਹੋ ਰਹੇ ਆ। ਆ ਜਿਹੜਾ ਹੁੰਦਾ ਸੀ ਵੀ ਅਸੀਂ ਬੜੇ ਹੀ ਹਿੰਦੂ ਰਾਸ਼ਟਰ ਦੀ ਮਾਈਟ ਅਸੀਂ ਦਿਖਾਉਣੀ ਆ, ਤਾਕਤ ਦਿਖਾਉਣੀ ਹੈ, ਉਹ ਚੜ੍ਹਦੇ ਹਿੰਦੂ ਰਾਸ਼ਟਰ ਦੀ, ਉਹ ਅੱਗੇ ਤਾਂ ਜਿੱਤ ਕੇ 2019 ਚ ਪੁਲਵਾਮਾ ਤੇ ਬਾਲਾਕੋਟ ਨੇ ਉਹਨਾਂ ਨੂੰ ਫਾਇਦਾ ਦੇਤਾ ਸੀ। ਉਹੋ ਜਿਹੇ ਫਾਇਦੇ ਹੁਣ ਵੀ ਤੱਕਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ। ਆ ਜਿਹੜਾ ਸਾਰਾ ਕੈਨੇਡਾ ਦਾ ਕੇਸ, ਉਹਦੇ ਚੋਂ ਕੈਨੇਡਾ ਇੰਡੀਆ ਦਾ ਜਿਹੜਾ ਰੌਲਾ ਉਹਦੇ ਚੋਂ ਨਿਕਲਿਆ। ਇਸ ਕਰਕੇ ਹੁਣ ਕੋਈ ਇਹਨਾਂ ਦੇ ਹੱਥ ਆ ਨਹੀਂ ਰਿਹਾ। ਸਾਰਾ ਕੁਝ ਪੋਲੀਟੀਕਲੀ ਇਹ ਬਹੁਤ ਇਹ ਪਿੱਛੇ ਫੇਲ ਹੋ ਗਏ। ਸਾਰਾ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਬੜੇ ਬੁਰੀ ਤਰੀਕੇ ਨਾਲ ਮਾਤ ਪਾਤੀ ਹੈ ਇਸ ਰੀਜਨਲ ਗਰੁੱਪਿੰਗ ਨੇ। ਤੇ ਇਸੇ ਕਰਕੇ ਹੁਣ ਇਹ ਵੀ ਸਾਰਾ ਤੁਸੀਂ ਦੇਖ ਲਿਓ ਵੀ ਰਿਜ਼ਰਵੇਸ਼ਨ ਬਿੱਲ ਦਾ ਵੀ ਹੋਰ ਸਰੂਪ ਹੋ ਜਾਊਗਾ ਤੇ ਹਲਕਾ ਬੰਦੀ ਦਾ ਵੀ, ਲੋਕ ਸਭਾ ਦੀ ਹਲਕਾ ਬੰਦੀ ਦੇ ਸਰੂਪ ਵੀ ਨਵੇਂ ਹੋਣਗੇ। ਇਹ ਸਾਰੀ ਚੀਜ਼ ਲਟਕਦੀ ਰਹੂਗੀ। ਹਾਂਜੀ ਚਾਹਨਾ ਜੀ, ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ। ਜੇ ਓਵਰਆਲ ਇਹ ਸਪੈਸ਼ਲ ਸੈਸ਼ਨ ਤੇ ਕੋਈ ਤੁਹਾਡੀ ਸੰਖੇਪ ਹੋਰ ਟਿੱਪਣੀ ਹੋਵੇ ਤੇ। ਇੱਕ ਇੰਪੋਰਟੈਂਟ ਇਨਫੋਰਮੇਸ਼ਨ ਰਹਿ ਗਈ ਸੀ ਕਿ ਇਸ ਮਸਲੇ ਦੇ ਉੱਤੇ ਇਹ ਕਾਂਗਰਸ ਨੂੰ ਡਿਫੀਟ ਇਸ ਕਰਕੇ ਵੀ ਨਹੀਂ ਕਰ ਸਕਦੇ ਸੀ ਕਿਉਂਕਿ ਨਰਸਿਮਹਾ ਰਾਓ ਦੀ ਸਰਕਾਰ ਨੇ ਹੇਠਾਂ ਪੰਚਾਇਤ ਲੈਵਲ ਤੇ 33% ਔਰਤਾਂ ਦੀਆਂ ਸੀਟਾਂ ਦਾ ਰਾਖਵੀਕਰਨ ਕਰ ਦਿੱਤਾ ਸੀ ਔਰ ਉਹ ਲਾਗੂ ਆ। ਔਰ ਉਹਨਾਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਸੀਗਾ ਕਿ ਤੁਸੀਂ ਸੀਰੀਅਸ ਨਹੀਂ ਹੈਗੇ। ਅਸੀਂ ਸੀ ਇੱਥੋਂ ਤੱਕ ਕਿ ਕੁਝ ਸਟੇਟਾਂ ਨੇ ਆਪਣੇ ਆਪ ਵਧਾ ਕੇ 33 ਦੇ 50 ਵੀ ਕੀਤੇ ਹੋਏ। ਪੰਜਾਬ 'ਚ ਵੀ ਹੋਇਆ ਜੀ। ਲੋਕਲ ਬਾਡੀਜ਼ ਤੱਕ ਹੇਠਾਂ ਹਨਾ 33% ਸੀਟਾਂ ਜਿਹੜੀਆਂ ਈਵਨ ਕਾਰਪੋਰੇਸ਼ਨਾਂ ਦੇ ਵਿੱਚ ਵੀ ਉਹ ਲਾਗੂ ਆ। ਉਹ ਨਰਸਿਮਹਾ ਰਾਓ ਦੀ ਸਰਕਾਰ ਨੇ ਕੀਤੀਆਂ ਸੀ, ਕਾਂਗਰਸ ਦੀ ਸਰਕਾਰ। ਔਰ ਦੂਸਰੀ ਗੱਲ ਇਹ ਆ ਕਿ ਇਹਨਾਂ ਵਾਲੀ ਇਹ ਗੱਲ ਬਿਲਕੁਲ ਠੀਕ ਆ ਕਿ ਇਹ ਫੈਮਿਲੀ ਪਲੈਨਿੰਗ ਦਾ ਜਿੰਨਾ ਰਿਸਪੌਂਸ ਥੱਲਿਓਂ ਸਾਊਥ ਦੀਆਂ ਸਟੇਟਾਂ 'ਚ ਮਿਲਿਆ ਸੀ ਔਰ ਉੱਥੇ ਦਾ ਉੱਥੇ ਵਿਆਹ ਤੇ ਉੱਪਰਲੀਆਂ ਕੁਝ ਸਟੇਟਾਂ ਜਿਹੜੀਆਂ, ਲੇਕਿਨ ਜੋ ਵੱਧ ਵੀ ਗਈ ਹੈ ਨਾ ਜੀ, ਜਿਸ ਤਰ੍ਹਾਂ ਦੀ ਹਵਾ ਚੱਲੀ ਹੋਈ ਆ ਜੀ, ਉਹਦੇ ਤੋਂ ਲੱਗਦਾ ਹੈ। ਮੈਂ ਸਿਰਫ ਸੁਬਰਾਮਨੀਅਨ ਸਵਾਮੀ ਦੀ ਇੱਕ ਇੰਟਰਵਿਊ ਸੁਣਦਿਆਂ ਉਹਨੂੰ ਕਹਿੰਦੇ ਸੁਣਿਆ ਸੀਗਾ ਕਿ ਯੂਪੀ ਚੋਂ ਇੱਕ ਸੀਟ ਨਹੀਂ ਆਉਣੀ। ਜਾਣੀ ਉਹਨੇ ਵਧਾ ਚੜਾ ਕੇ ਵੀ ਗੱਲ ਕੀਤੀ ਹੋ ਸਕਦੀ ਆ, ਪਰ ਇਹ ਉਹ ਜੱਜਮੈਂਟ ਹੈਗੀ ਆ ਕਿ ਯੂਪੀ ਦੇ ਵਿੱਚ ਹਾਲਤ ਇਹਨਾਂ ਦੀ ਖਰਾਬ ਨਹੀਂ। ਜੇ ਸੀਟਾਂ ਵੱਧ ਵੀ ਗਈਆਂ ਤਾਂ ਵਧੀਆਂ ਹੋਈਆਂ ਸੀਟਾਂ ਦੇ ਵਿੱਚੋਂ ਹੀ ਖਿਲਾਫ ਜਾਣਾ ਇਹਨਾਂ ਦੇ। ਔਰ ਦੂਸਰੀ ਗੱਲ ਇਹ ਆ ਜਿਹੜਾ ਇਹਨਾਂ ਨੇ ਆ ਨਵਾਂ ਕੰਮ ਕਰ ਦਿੱਤਾ ਆ, BSP ਦੇ MP ਨੂੰ ਇਸ ਤਰ੍ਹਾਂ ਦਾ ਗਾਲੀ ਗਲੋਚ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕੀਤਾ ਆ, ਤਾਂ BSP ਨੂੰ ਪੋਲੀਟੀਕਲ ਸਟੈਂਡ ਆਪਣੇ ਤੌਰ ਤੇ ਪੋਲੀਟੀਕਲ ਪਾਰਟੀ ਦੇ ਤੌਰ ਤੇ ਵੀ ਲੈਣਾ ਪੈਣਾ ਆ। ਜਦੋਂ ਇਹ ਫਾਈਨਲ ਮੈਚ ਹੋਇਆ ਉਹਨੂੰ ਖੜਨਾ ਪੈਣਾ ਉਸ ਜਗ੍ਹਾ ਦੇ ਉੱਤੇ ਜਿਹੜਾ BJP ਦੇ ਖਿਲਾਫ ਜਾਣ ਵਾਲਾ ਹੋਏਗਾ, ਕਿਉਂਕਿ ਜਿੱਦਾਂ ਦੀ ਹੱਦ ਤੱਕ ਉੱਤੇ ਹੋਈ ਆ ਉਹਨਾਂ ਦੇ MP ਦੇ, ਉਹ ਸਹਿਣ ਕਰਨ ਵਾਲੀ ਪਾਰਟੀ ਨਹੀਂ ਹੈ। ਸੋ ਇਸ ਕਰਕੇ ਮੈਂ ਤਾਂ ਇੱਕ ਤਾਂ ਇਹ ਗੱਲ ਜਿਹੜੀ ਹੈ ਨਾ, ਉਹ ਸਾਨੂੰ ਇਹਦਾ ਪੋਲੀਟੀਕਲ ਇੰਪੈਕਟ ਕੀ ਹੋਏਗਾ। ਔਰ ਦੂਜਾ ਇਹ ਆ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਇਹਨਾਂ ਨੇ ਬੈਕ ਫੁਟਿੰਗ ਕਿਤੇ ਹੀ ਨਹੀਂ ਹੈ, ਲਗਾਤਾਰ ਜਾਨੀ ਪਿੱਛੇ ਧੱਕੇ ਜਾ ਰਹੇ, ਧੱਕੇ ਨਹੀਂ ਜਾ ਰਹੇ, ਮਾਰ ਪੈ ਰਹੀ ਹੈ ਪਿੱਛੇ ਨੂੰ, ਮਾਰ ਪੈ ਕੇ ਪਿੱਛੇ ਜਾ ਰਹੇ ਆ। ਔਰ ਇਸੇ ਤਰ੍ਹਾਂ ਜਿਹੜਾ ਇੰਟਰਨੈਸ਼ਨਲ ਰਿਲੇਸ਼ਨਸ ਵੀ ਹੈਗੇ ਆ, ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਲੱਗਦਾ ਹੀ ਨਹੀਂ ਕਿ ਸਾਡਾ ਕੋਈ ਦੋਸਤ ਰਹਿ ਗਿਆ ਹੈ ਹਨਾ, ਕਿ ਕਿਹੜੇ ਸਾਡੇ ਇੰਟਰਨੈਸ਼ਨਲ ਫੀਲਡ ਦੇ ਵਿੱਚ ਦੋਸਤ ਰਹਿ ਗਏ ਆ। ਔਰ ਉਹ ਜਿਹੜੇ ਨਾ ਉਹ ਸਰਫੇਸ ਦੇ ਉੱਤੇ। ਔਰ ਕੈਨੇਡਾ ਦੇ ਹੁਣ ਜਿਹੜਾ ਉਹਨੇ ਫਿਰ ਦੁਬਾਰਾ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਨਾ ਉਹ ਦੁਬਾਰਾ ਫੇਕ ਆ, ਉਹਦੀ ਸਾਰੀ ਭਾਸ਼ਾ ਇਹ ਦੱਸਦੀ ਸੀ ਕਿ ਉਹਨਾਂ ਦੇ ਕੋਲ ਬੜੇ ਸੋਲਿਡ ਸਬੂਤ ਹੈਗੇ ਆ, ਜਦੋਂ ਬਾਹਰ ਨਿਕਲੇ ਤਾਂ ਹੋ ਸਕਦਾ ਕਿ ਸਾਡੀ ਹਾਲਤ ਸਰਕਾਰ ਦੀ ਹੋਰ ਪਤਲੀ ਹੋ ਜਾਵੇ। ਔਰ ਇਹ ਐਡਾ ਵੱਡਾ ਪ੍ਰੈਸਟੀਜੀਅਸ ਸਟੇਟ ਹੈ ਜਿਹੜੀ ਦੁਨੀਆ ਦੇ ਵਿੱਚ ਇੱਕ ਮਾਣ ਰੱਖਣ ਵਾਲੀ, ਜੇ ਉਹਦੀ ਹਾਲਤ ਇਹਨਾਂ ਦੀਆਂ ਇੱਦਾਂ ਦੀਆਂ ਪਾਲਿਸੀਆਂ ਕਰਕੇ ਹੋਏਗੀ ਤਾਂ ਉਹ ਸਾਰੇ ਦੇਸ਼ ਦੀ ਹੱਦ ਤੱਕ ਹੈਗੀ ਆ, ਜੇ ਉਹ ਗੱਲ ਸੱਚਮੁੱਚ ਸਾਹਮਣੇ ਆ ਜਾਂਦੀ ਜਿੱਥੇ ਉਹ ਅੜੇ ਹੋਏ ਨੇ। ਔਰ ਦੂਸਰੀਆਂ ਸਟੇਟਾਂ 'ਚ ਮੈਂ ਕਹਿਣ ਤੋਂ ਮਤਲਬ ਕਿ 1 2 3 4 ਜਿੰਨੇ ਤੁਸੀਂ ਸਟੈਪ ਦੇਖਦੇ ਆ ਪਿਛਲੇ ਸਾਰੇ ਸਮੇਂ ਦੇ ਵਿੱਚ, ਉਹ ਸਾਰੇ ਦੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਾਣ ਵਾਲੇ। ਔਰ ਉਹ ਡੂੰਘੇ ਹੋ ਰਹੇ ਆ, ਉਹ ਰਿਕਵਰੀ ਨਹੀਂ ਹੋ ਰਹੀ ਹੈ। ਤਾਂ ਹੁੰਦਾ ਵੀ ਇੱਕ ਵਾਰੀ ਸੈਟਬੈਕ ਲੱਗ ਗਿਆ ਤਾਂ ਰਿਕਵਰ ਕਰ ਗਏ, ਜਿੱਦਾਂ ਅੱਗੇ ਕਰ ਨਵੇਂ ਤਰੀਕੇ ਦੇ ਨਾਲ। ਹੁਣ ਉਹ ਜਿਹੜਾ ਵੀ ਕੋਈ ਇਦਾਂ ਦੀ ਜੇ ਏਜੰਡਾ ਲੈ ਕੇ ਆਉਂਦੇ ਆ ਉਹ ਪੁੱਠਾ ਹੀ ਪੈ ਜਾਂਦਾ
है ना। और ये पार्लीमेंट का सैशन भी लगता पता लोगों लगता ਸੀ ਵੀ ਸਾਰਾ ਕੁਝ ਜਿਹੜਾ ਇਹ ਸਾਰੀਆਂ ਹਾਰਾਂ ਤੋਂ ਬਾਅਦ ਇੱਕਦਮ ਐਸਾ ਉਹਨੇ ਧੋਬੀ ਪਟੜਾ ਮਾਰਨਾ ਆ, ਉੱਪਰ ਆ ਜਾਣਾ ਆ, ਉਹਦੇ 'ਚ ਫਿਰ ਇਹ ਹੇਠਾਂ ਆ ਗਏ। ਸੋ ਕਹਿਣ ਤੋਂ ਮੇਰਾ ਮਤਲਬ ਇਹ ਹਾਲਾਤ ਚੰਗੇ ਨਹੀਂ ਔਰ ਇਹਨਾਂ ਦੇ ਜਿਹੜੇ ਨਾ ਫਿਊਚਰ ਠੀਕ ਨਹੀਂ ਨਜ਼ਰ ਆ ਰਿਹਾ ਔਰ ਇਸ ਕਰਕੇ ਇੱਕ ਤੋਂ ਬਾਅਦ ਇੱਕ ਜਿਹੜੇ ਨਾ ਗਲਤੀ ਕਰ ਰਹੇ ਆ, ਅਜੇ ਵੀ ਸੰਭਲਣ ਨੂੰ ਤਿਆਰ ਨਜ਼ਰ ਨਹੀਂ ਆਉਂਦੇ। ਨਹੀਂ ਤਾਂ ਇਹ ਆ ਜੋ ਕੁਝ ਪਾਰਲੀਮੈਂਟ 'ਚ ਵਾਪਰਿਆ ਸੀ, ਇੱਕ ਹੀ ਵੀ ਕਰ ਜਾਂਦੇ ਕਿ ਪੈਨ ਦੀ ਸੱਟੇ ਹੀ ਉਹਨੂੰ ਬਾਹਰ ਕਰ ਦਿੰਦੇ ਤਾਂ ਇੱਜ਼ਤ ਬਚ ਜਾਂਦੀ ਕਿ ਦੇਸ਼ ਦੀ ਮਾਣ ਮਰਿਆਦਾ, ਦੇਸ਼ ਦਾ ਇੱਕ ਕਲਚਰ ਹੈ, ਦੇਸ਼ ਦੀ ਇੱਕ ਬੋਲ ਚਾਲ ਦਾ ਤਰੀਕਾ ਹੈ, ਇਹ ਇੱਕ ਤਹਿਜ਼ੀਬ ਹੈ, ਉਹਨੂੰ ਜਿਉਂਦੇ ਰੱਖਣ ਦੇ ਲਈ ਆਪਣਾ ਇੱਕ ਬੰਦਾ ਜਿਹੜਾ ਨਾ ਉਹਨੂੰ ਹਟਾ ਦਿੱਤਾ ਆ, ਉਹ ਵੀ ਨਹੀਂ ਕੀਤਾ, ਬੋਲੇ ਹੀ ਨਹੀਂ। ਸੋ ਇਸ ਕਰਕੇ ਉਹ ਪ੍ਰਭਾਵ ਲੋਕਾਂ ਤੇ ਜਾਣਾ ਹੀ ਜਾਣਾ ਹੈ। ਇਸ ਕਰਕੇ ਬਹੁਤੇ ਹਾਲਾਤ ਠੀਕ ਨਹੀਂ ਲੱਗ ਰਹੇ ਇਹਨਾਂ ਵਾਸਤੇ। ਸੋ ਸਾਹਿਬ ਤੁਸੀਂ ਸੰਖੇਪ ਟਿੱਪਣੀ ਆਖਰੀ, ਆਪਣਾ ਸਮਾਂ ਸਮਾਪਤ ਹੋ ਰਿਹਾ। ਦੇਖੋ ਓਵਰਆਲ ਸੈਸ਼ਨ ਨੂੰ ਜੇ ਆਪਾਂ ਸਮ ਅਪ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰਦੇ ਹੋ? ਦੇਖੋ ਸੈਸ਼ਨ ਤਾਂ ਫਲॉप ਹੈ ਸਾਰਾ, ਇਹਨਾਂ ਦੇ ਉਲਟ ਗਿਆ ਸਾਰੀ ਗੱਲ। ਚਾਵਲਾ ਜੀ ਨੇ ਬੜੇ ਡਿਟੇਲ ਚ ਕਰਤੀ ਹੈ। ਇਹਦੇ ਤੇ ਸਾਰਾ ਇੱਕ ਸਟੈਪ ਅਗੇਂਸਟ। ਦੂਸਰੀ ਜਿਹੜੀ ਗੱਲ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਵੀ ਜਿਹੜੀ ਬੀਜੇਪੀ ਆ ਉਹ ਪਾਰਟੀ ਲੈਵਲ ਤੇ ਹੈ ਨਹੀਂ। ਬੇਸ਼ੱਕ ਕਿਹਾ ਜਾਂਦਾ ਸੀ ਵੀ ਆਰਐਸਐਸ ਇਹਨਾਂ ਦੀ ਮਾਂ ਹੈ ਤੇ ਕੇਡਰ ਬੇਸਡ ਪਾਰਟੀ ਹੈ ਸਾਰੀ, ਬੜਾ ਰੌਲਾ ਪਾਉਂਦੇ ਰਹੇ ਆ। ਬਿਲਕੁਲ ਨਹੀਂ ਹੈ। ਤੁਸੀਂ ਇੱਥੋਂ ਤੱਕ ਦੇਖੋ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਇੱਕ ਬੀਜੇਪੀ ਦਾ ਬੰਦਾ ਇਹਨਾਂ ਦੇ ਅਫੀਸ਼ੀਅਲ ਕੈਂਡੀਡੇਟ ਦੇ ਅਗੇਂਸਟ ਹੋਣ ਵਾਲੀ ਪਿੱਛੇ ਜੇ ਇਲੈਕਸ਼ਨ 'ਚ ਖੜਾ ਹੋ ਗਿਆ, ਉਹਨੂੰ ਮੋਦੀ ਫੋਨ ਕਰ ਰਿਹਾ, ਖੁਦ ਨਰਿੰਦਰ ਮੋਦੀ, ਵੀ ਤੂੰ ਬਹਿ ਜਾ। ਉਹਦੇ ਕਹੇ ਨਹੀਂ ਬੈਠਾ ਤੇ ਜਿੱਤ ਵੀ ਗਿਆ ਇਹਦੇ ਅਫੀਸ਼ੀਅਲ ਕੈਂਡੀਡੇਟ ਨੂੰ ਹਿਮਾਚਲ ਪ੍ਰਦੇਸ਼ 'ਚ ਹਰਾ ਕੇ। ਤਾਂ ਇਹ ਇੱਕ ਸਿੰਪਟਮ ਹੈ ਜਿਹੜਾ ਸਾਰੇ ਸਟੇਟਾਂ ਦੇ ਵਿੱਚ ਇਹਦੀ ਕੋਈ ਪਾਰਟੀਆਂ ਨਹੀਂ, ਗਰੁੱਪ ਬਣੇ ਹੋਏ ਆ ਬਹੁਤ ਵੱਡੇ ਲੈਵਲ ਤੇ ਆਪਸ ਵਿੱਚ ਦੀ ਲੜਾਈ ਬੜੀ ਹੈ ਤੇ ਕੋਈ ਆਰਗੇਨਾਈਜੇਸ਼ਨ ਐ ਸੱਚ ਇਹਦੇ ਕੋਲ ਪਾਰਟੀ ਦੀ ਵੀ ਹੈ ਨਹੀਂ। ਜਿਹੜੇ ਤੇ ਆਰਐਸਐਸ ਕਿੰਨਾ ਕੁ ਸਪੋਰਟ ਕਰਦੀ ਹੈ, ਕਿੰਨਾ ਕੁ ਪੋਲੀਟੀਕਲੀ ਖੜੇ ਆ ਉੱਥੇ, ਇਹ ਚਲੋ ਇਹ ਦੇਖਿਆ ਜਾਏਗਾ। ਪਰ ਇਹਨਾਂ ਕੋਲ ਪਾਰਟੀ ਲੈਵਲ ਦੀ ਕੋਈ ਖਾਸ ਕਿਸਮ ਦਾ ਜਿਹੜਾ ਆਰਗੇਨਾਈਜੇਸ਼ਨ ਹੁੰਦਾ ਹੈ। ਜਿਹੜਾ ਮੋਦੀ ਦਾ ਸਟੇਚਰ ਇਸ ਲੈਵਲ ਤੇ ਇਹਨਾਂ ਨੇ ਖੜਾ ਕਰਤਾ ਵੀ ਮੋਦੀ ਥੱਲੇ ਕੁਝ ਵੀ ਨਹੀਂ, ਇਸ ਲੈਵਲ ਤੇ ਗੱਲ ਪਹੁੰਚ ਗਈ ਹੈ। ਤੇ ਹੁਣ ਇਹਨਾਂ ਦਾ ਦਿਨ ਗਿਣਤੀ ਦੇ ਦਿਨ ਹੈ ਸਾਰੇ ਪੋਲਿਟਿਕਸ ਦੇ ਵਿੱਚ। ਤੇ ਵੱਡਾ, ਸਭ ਤੋਂ ਵੱਡਾ ਜਿਹੜਾ ਲਾਸਟ ਵਿੱਚ ਮੈਂ ਗੱਲ ਕਹਿਣਾ ਚਾਹੂੰ, ਹਿੰਦੂ ਰਾਸ਼ਟਰ ਦਾ ਜਿਹੜਾ ਪੁਕਾਰਨਾ ਇਹਨਾਂ ਨੇ 70-80 ਸਾਲ 'ਚ ਇੱਥੋਂ ਤੱਕ ਲਿਆਂਦਾ ਸੀਗਾ, ਖੜਾ ਕੀਤਾ ਸੀ, ਉਹ ਬੜੇ ਬੁਰੀ ਤਰੀਕੇ ਨਾਲ ਪੰਕਚਰ ਹੋ ਗਿਆ। ਦੁਬਾਰਾ ਖੜਾ ਨਹੀਂ ਹੋਣਾ ਇਸ ਦੇਸ਼ ਦੇ ਵਿੱਚ। ਹਾਂਜੀ, ਇੱਥੇ ਹੀ ਸਾਡਾ ਜਿਹੜਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਇਸ ਪ੍ਰੋਗਰਾਮ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਉਹ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਜਿਸ ਤਰ੍ਹਾਂ ਸਾਡੇ ਵਿਸ਼ੇਸ਼ ਮਹਿਮਾਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਵਿਸ਼ੇਸ਼ ਅਜਲਾਸ ਨਰਿੰਦਰ ਮੋਦੀ ਵੱਲੋਂ ਸੱਦਿਆ ਗਿਆ ਸੀ ਉਹ ਪੂਰੀ ਤਰ੍ਹਾਂ ਫਲਾਪ ਹੋਇਆ ਔਰ ਉਹਨਾਂ ਨੂੰ ਇਸ ਦੇ ਜਿਹੜੇ ਦਾਅਪੇਚ ਜਿਸ ਤਰ੍ਹਾਂ ਦਾ ਉਹ ਖੇਡਣਾ ਚਾਹੁੰਦੇ ਸੀ ਉਹ ਸਾਰੇ ਉਹਨਾਂ ਨੂੰ ਪੁੱਠੇ ਪਏ ਹੈ ਤੇ ਜਿਹੜਾ ਉਹਨਾਂ ਦਾ ਧੋਬੀ ਪਟਕਾ ਮਾਰਨ ਦਾ ਇਰਾਦਾ ਸੀ ਉਹ ਧਰਿਆ ਧਰਾਇਆ ਰਹਿ ਗਿਆ ਹੈ। ਇੱਥੇ ਅਸੀਂ ਆਪਣੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਮੈਂ ਆਪਣੇ ਵਿਸ਼ੇਸ਼ ਮਹਿਮਾਨਾਂ ਚਰਨਾ ਜੀ ਦਾ, ਸਿੱਧੂ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਧੰਨਵਾਦ ਜੀ, ਸ਼ੁਕਰੀਆ। ਜੀ ਸਾਹਿਬ।